ਵਾਹਿਗੁਰੂ ਸਾਹਿਬ ਜੀਓ। ਹਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪੰਜਵਾਂ, ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ। ਕਿਤਹੀ ਕਾਮ ਨ ਧੌਲ ਹਰ, ਜਿਤ ਹਰ ਬਿਸਰਾਏ। ਰਹਾਉ ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ। ਕਿਤਹੀ ਕਾਮ ਨ ਧੌਲ ਹਰ, ਜਿਤ ਹਰ ਬਿਸਰਾਏ। ਰਹਾਉ ਆਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਜਲ ਜਾਓ ਇਹ ਬਡਪਨਾ, ਮਾਇਆ ਲਪਟਾਏ। ਪੀਸਨ ਪੀਸ ਓਡ ਕਾਮਰੀ, ਸੁਖ ਮਨ ਸੰਤੋਖਾਏ। ਐਸੋ ਰਾਜ ਨਾ ਕਿਤੈ ਕਾਜ, ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ, ਉਹ ਸੋਭਾ ਪਾਏ। ਪਾਟ ਪਟੰਬਰ ਬਿਰਥਿਆ, ਜਿਹ ਰਚ ਲੋਭਾਏ। ਸਭ ਕਿਛ ਤੁਮਰੈ ਹਾਥ ਪ੍ਰਭ, ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ। ਸਭ ਕਿਛ ਤੁਮਰੈ ਹਾਥ ਪ੍ਰਭ, ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀਆਂ ਦੀ ਅਪਾਰ ਬਖਸ਼ਿਸ਼ ਹੈ। ਮਨੁੱਖੀ ਜੀਵਨ ਦਾ ਸਫ਼ਰ ਅਸੀਂ ਮਾਣ ਰਹੇ ਹਾਂ। ਸ਼ਾਮ ਸਮੇਂ
ਗੁਰਦੁਆਰਾ ਸਾਹਿਬ ਜੀ ਦਾ ਇਹ ਪਾਵਨ ਦੀਵਾਨ ਚੱਲ ਰਿਹਾ ਹੈ। ਆਪ ਘਰਾਂ ਥਾਵਾਂ 'ਤੇ ਦੂਰ ਦਰਾਜ਼, ਖਾਸ ਕਰਕੇ ਆਲ ਓਵਰ ਦਾ ਗਲੋਬ ਆਈ ਸ਼ੁੱਡ ਸੇ, ਜੋ ਨਵੀਂ ਰਿਐਲਿਟੀ ਹੈ, ਵਰਚੁਅਲ ਰਿਐਲਿਟੀ, ਉਹਦੇ ਤਹਿਤ ਸੰਗਤ ਮਾਣ ਰਹੇ ਹੋ। ਪਰ ਇਹਦੇ ਨਾਲ ਹੀ ਸਾਡੇ ਸ਼ਹਿਰ ਵਿੱਚ ਜੋ ਸੈਕਿੰਡ ਫੇਸ ਕਰੋਨਾ ਵਾਇਰਸ ਦੇ ਜਿਹੜੇ ਮੈਜਰਮੈਂਟਸ ਲਏ ਗਏ ਸੀ, ਉਹਨਾਂ ਦੇ ਅਕੋਰਡਿੰਗਲੀ ਹੁਣ ਆਇਆ ਹੈ। ਇਹਦੇ 'ਚ ਅਸੀਂ ਸੰਗਤੀ ਰੂਪ ਵਿੱਚ ਕੁਝ ਸਰੀਰ ਇੱਥੇ ਵੀ ਹਾਜ਼ਰ ਹਾਂ। ਵਡਭਾਗਤਾ ਹੈ ਮਨੁੱਖ ਦੇ ਜ਼ਹਿਨ ਵਿੱਚ ਜਿਹਨੇ ਜੀਵਨ ਦਿੱਤਾ ਹੈ, ਜਿਹਦੀ ਨਵਾਜ਼ਿਸ਼ ਅਸੀਂ ਸਾਰੀ ਇਸ ਕਾਇਨਾਤ ਦੇ ਰੂਪ ਵਿੱਚ ਮਾਣ ਰਹੇ ਹਾਂ। ਸਾਨੂੰ ਉਸ ਹਸਤੀ ਦਾ, ਸਾਨੂੰ ਉਸ ਆਪਣੇ ਅਸਲੇ ਦਾ ਕੁਝ ਨਾ ਕੁਝ ਅਹਿਸਾਸ ਹੈ ਸੁਰਤ ਵਿੱਚ। ਇਸੇ ਕਰਕੇ ਅਸੀਂ ਗੁਰੂ ਦਰਬਾਰ ਜਾਂ ਉਸ ਗੁਰੂ ਉਪਦੇਸ਼ ਬਚਨਾਂ ਨਾਲ ਦੂਰ ਦਰਾਜ਼ ਬੈਠੇ ਵੀ ਸਮਾਂ ਆਪਣਾ ਲਗਾ ਰਹੇ ਹਾਂ। ਮੈਂ 2 ਦਿਨਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਹਾਜ਼ਰ ਹੋਇਆ। ਆਪ ਸੰਗਤਾਂ ਬੜੇ ਸੰਦੇਸ਼ ਮੇਰੇ ਤੱਕ ਪਹੁੰਚੇ, ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਹਦੇ ਵਾਸਤੇ। ਹੁਣ ਜੋ ਸਮਾਂ ਹੈ ਇਹਦੇ 'ਚ ਅਸੀਂ ਗੁਰੂ ਉਪਦੇਸ਼ ਦੀ ਬਾਤ ਪਾਵਾਂਗੇ। ਖਾਸ ਕਰਕੇ ਰਾਗ ਸੂਹੀ ਜੋ ਅਸੀਂ ਵਿਚਾਰ ਰਹੇ ਹਾਂ, ਇਹਦੇ 'ਚ ਗੁਰੂ ਅਰਜਨ ਸਾਹਿਬ ਦੁਆਰਾ ਹੀ ਉਚਰਿਤ ਕੀਤੇ ਉਪਦੇਸ਼ਾਂ ਨੂੰ ਸਾਨੂੰ ਵਿਚਾਰਨ ਦਾ ਮੌਕਾ ਬਣਿਆ ਹੈ। ਜੋ ਬਚਨ ਆਪ ਨੇ ਸਰਵਨ ਕੀਤਾ ਹੈ, ਇਹਦਾ ਸਿਰਨਾਮਾ ਇੱਕ ਵਾਰ ਦੁਹਰਾ ਕੇ ਉਹਦੇ ਅਰਥ ਭਾਵ ਵਿੱਚ ਅਸੀਂ ਜਾਣਦੇ ਹਾਂ, ਫਿਰ ਸ਼ਬਦ ਦੀ ਵਿਵੇਚਨਾ। ਮਹਾਰਾਜ ਜੋ ਜ਼ਿਕਰ ਕਰ ਰਹੇ ਨੇ, ਰਾਗ ਸੂਹੀ ਮਹਲਾ ਪੰਜਵਾਂ ਘਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਪੰਜਵਾਂ ਮਹਿਲ ਭਾਵ ਨਾਨਕ ਜੋਤ ਦੇ ਪੰਜਵੇਂ ਜਾਨਸ਼ੀਨ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰਦੇ ਨੇ। ਘਰ ਚੌਥਾ ਗਾਇਨ ਕਰਨ ਲਈ ਹਿਦਾਇਤ ਆ। ਜਦੋਂ ਇਸ ਸ਼ਬਦ ਨੂੰ ਰਾਗੀ ਗੰਧਰਵ ਗਾਉਣ ਤਾਂ ਤਾਲ ਗੋਚਰੇ ਚੌਥੇ ਘਰ ਨੂੰ ਪ੍ਰਯੋਗ ਵਿੱਚ ਰੱਖਣ। ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ, ਜੋ ਕਿ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਦੁਹਰਾਇਆ ਗਿਆ ਹੈ। ਇੱਕ ਓਂਕਾਰ, ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓਂਕਾਰ ਅਵਿਤ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ, ਜਿਸ ਨੂੰ ਅਸੀਂ ਕਹੀਏ ਨਿਰਗੁਣ ਸਰੂਪ ਹੋ ਕੇ ਸਭ ਕਾਸੇ ਨੂੰ ਰੂਪ, ਸ਼ਕਲ, ਸੂਰਤ, ਰੰਗ, ਰਸ, ਗੰਧ, ਸੁਗੰਧ ਸਭ ਵਰਤਾ ਰਿਹਾ ਹੈ, ਪਰ ਆਪ ਅਰੂਪ ਹੈ। ਆਪ ਸਭ ਦੇ ਵਿੱਚ ਵਿਦਮਾਨ ਹੋ ਕੇ ਵੀ ਅਦ੍ਰਿਸ਼ ਹੈ, ਓਮਨੀ ਪ੍ਰੈਜ਼ੈਂਟ ਓਂਕਾਰ। ਐਸੇ ਓਂਕਾਰ ਜੀ ਦੀ ਸਿੱਧੀ ਭਾਵ ਸਾਡੀ ਉਹਦੇ ਨਾਲ ਸਾਂਝ, ਜੋ ਅਦ੍ਰਿਸ਼, ਜੋ ਅਰੂਪ, ਜੋ ਹਰ ਥਾਂ 'ਤੇ ਵਿਦਮਾਨ ਹੈ। ਗੁਰੂ ਸਾਹਿਬ ਨੇ ਕਿਹਾ ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੀ ਪ੍ਰਸਾਦ ਦਾ ਮਤਲਬ ਬਖਸ਼ਿਸ਼, ਨਵਾਜ਼ਿਸ਼, ਉਹਦੀ ਮਿਹਰਾਮਤ ਦਾ ਸਦਕਾ, ਉਹਦੀ ਤਰਸ ਦਾ ਸਦਕਾ, ਉਹਦੀ ਗ੍ਰੇਸ ਦੇ ਨਾਲ ਅਸੀਂ ਉਸ ਚੀਜ਼ ਨੂੰ ਐਕਸਪੀਰੀਅੰਸ ਕਰ ਸਕਦੇ ਹਾਂ, ਅਸੀਂ ਮਾਣ ਸਕਦੇ ਹਾਂ। ਅੱਗੇ ਵਾਕ ਪ੍ਰਾਰੰਭ ਹੋ ਰਿਹਾ ਹੈ। ਰਹਾਉ ਦੇ ਬੰਦ ਤੋਂ ਵਿਚਾਰ ਦਾ ਆਗਾਜ਼ ਕਰਾਂਗੇ। ਸਭ ਜ਼ਿਕਰ ਕਰਦੇ ਨੇ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ। ਰਹਾਉ ਭਲੀ ਜਿਹਦਾ ਮਤਲਬ ਚੰਗੀ ਹੋਣਾ, ਮਤਲਬ ਗਲੋਰੀਫੁਲ ਕਹਿ ਲਓ, ਵਧੀਆ ਕਹਿ ਲਓ। ਸੁਹਾਵੀ ਇਹਦਾ ਮਤਲਬ ਵੀ ਬਿਊਟੀਫੁਲ, ਸੋਹਣੀ ਹੋਣਾ। ਛਾਪਰੀ ਛਪਰੀ ਮਤਲਬ ਕਾਈਂਡ ਆਫ ਵੈਰੀ ਸਮਾਲ ਹਟ, ਜਿਹਨੂੰ ਅਸੀਂ ਝੌਂਪੜੀ ਕਹਿ ਦਿੰਦੇ ਹਾਂ, ਛਪਰੀ ਉਸ ਰੂਪ ਦੇ ਵਿੱਚ। ਜਾਂ ਮੈਂ ਜਿਹਦੇ ਵਿੱਚ ਬਾਈ ਲਿਵਿੰਗ ਇਨ ਐਕਚੁਅਲੀ ਹਟ, ਉਹਦੇ ਵਿੱਚ ਰਹਿਣ ਕਰਕੇ ਉਹ ਜਾਂ ਮੈਂ ਉਹਦੇ ਵਿੱਚ। ਗੁਣ ਗਾਏ, ਗੁਣ ਗਾਉਣੇ, ਰੱਬ ਦੀ ਸਤੁਤੀ ਕਰਨੀ, ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਰੱਖਣਾ। ਇਹ ਸਿੰਪਲ ਟਰਾਂਸਲੇਸ਼ਨ ਹੈ। ਅਗਲਾ ਹੈ ਕਿਤ ਹੀ, ਕਿਸੇ ਤਰ੍ਹਾਂ ਵੀ ਕਿਰਿਆ ਵਿਸ਼ੇਸ਼ਣ ਹੈ। ਕਾਮ ਨਾ ਧੌਲ ਹਰ, ਧੌਲ ਹਰ ਧੌਲੇ ਰੰਗ ਦੀ ਆਭਾ ਰੱਖਣ ਵਾਲੇ, ਚਿੱਟੇ ਰੰਗ ਦੀ ਆਭਾ ਰੱਖਣ ਵਾਲੇ ਵੱਡੇ ਵੱਡੇ ਮਕਾਨ। ਆਪ ਨੂੰ ਸ਼ਾਇਦ ਅਹਿਸਾਸ ਹੋਏਗਾ ਧੌਲਾ ਰੰਗ ਅੱਜ ਕੱਲ੍ਹ ਤੇ ਜੋ ਹੈਗਾ ਆ, ਜਿਸ ਦੁਨੀਆ 'ਚ ਰਹਿ ਰਹੇ ਹਾਂ ਅਸੀਂ, ਇੰਡਸਟਰੀਅਲਾਈਜ਼ਡ ਵਰਲਡ ਆ, ਅਤੇ
ਵੱਖਰੇ ਵੱਖਰੇ ਕਿਸਮ ਦੇ ਪੇਂਟ ਕਲਰ ਮਿਲ ਜਾਂਦੇ ਨੇ, ਤੁਸੀਂ ਜੈਸਾ ਚਾਹੋ ਉਹ ਜਿਹਾ ਮਕਾਨ ਨੂੰ ਰੰਗ ਕਰ ਲਓ। ਜੇ ਅਸੀਂ ਪਿਛੋਕੜ 'ਚ ਦੇਖਦੇ ਹਾਂ, ਕੋਈ 100-150 ਸਾਲ ਪਿੱਛੇ ਚਲੇ ਜਾਓ, ਬਾਣੀ 'ਤੇ ਕੋਈ ਜਦੋਂ ਸ਼ਬਦ ਉਚਰਿਤ ਹੋ ਰਹੇ ਨੇ, ਤੁਸੀਂ 400-450 ਸਾਲ ਪਿੱਛੇ ਚਲੇ ਜਾਓ, ਅਤੇ ਉਸ ਸਮੇਂ ਜਿਹੜੀ ਮਕਾਨ ਨੂੰ, ਖਾਸ ਕਰਕੇ ਪੱਕੇ ਮਕਾਨ ਨੂੰ ਜਿਹੜਾ ਰੰਗ ਆ, ਰੰਗ ਕਾਹਦਾ ਹੋਏਗਾ, ਜਿਹੋ ਜਿਹਾ ਸਟੋਨ, ਪੱਥਰ ਜਾਂ ਬ੍ਰਿਕ, ਜਿਹੜੀ ਇੱਟ ਉਹ ਲਗਾਈ ਗਈ ਹੈ। ਜੇ ਉਸ ਨੂੰ ਚਿੱਟਾ ਲਾਉਣਾ ਹੈ, ਚਿੱਟਾ ਦਿੱਖ ਦੇਣੀ ਹੈ, ਤੇ ਡੈਫੀਨੇਟਲੀ ਕਾਹਦੇ ਨਾਲ ਦੇਵਾਂਗੇ, ਸੰਗੇ ਮਰਮਰ। ਜਿਹੜਾ ਮਾਰਬਲ ਆ ਉਹ ਲੱਗੇਗਾ, ਤੇ ਮਾਰਬਲ ਆਮ ਲੋਕਾਂ ਤੋਂ ਤੇ ਕਿੱਥੇ ਲੱਗੇਗਾ, ਉਹ ਤੇ ਫਿਰ ਬਹੁਤ ਅਮੀਰ ਲੋਕ ਲਗਾਉਣਗੇ, ਜਿਵੇਂ ਤਾਜ ਮਹਿਲ ਬਣਿਆ ਸੀਗਾ। ਇਸ ਕਿਸਮ ਦੇ ਨਾਲ ਤੌਲਹਰ ਚਿੱਟਾ ਆਭਾ ਦੇਣ ਵਾਲਾ ਬਹੁਤ ਉੱਚਾ ਆਲੀਸ਼ਾਨ ਚਿੱਟਾ ਮਕਾਨ, ਕਿਆ ਕਿਤ ਹੀ ਕਾਮ ਨਾ ਤੌਲਹਰ, ਉਹ ਬਹੁਤ ਉੱਚੇ ਉੱਚੇ ਚਿੱਟੇ ਰੰਗ ਦੇ ਸੰਗੇ ਮਰਮਰ ਦੇ ਮਹਲ ਕਿਸੇ ਕੰਮ ਦੇ ਨਹੀਂ ਗਏ। ਜਿਤ ਹਰ ਬਿਸਰਾਏ, ਜਿਸ ਜਗ੍ਹਾ ਤੇ ਹਰ ਅਕਾਲ ਪੁਰਖ ਵਾਹਿਗੁਰੂ ਬਿਸਰਾਏ ਵਿਸਰ ਜਾਏ ਰਹਾਓ। ਇਹ ਸਿੰਪਲ ਟਰਾਂਸਲੇਸ਼ਨ ਹੈ। ਹੁਣ ਇਹਦੇ ਅਸੀਂ ਭਾਵ ਰੂਪ ਨੂੰ ਸਮਝੀਏ। ਦੇਖੋ, ਜਦੋਂ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਸਮਝਦੇ ਹਾਂ, ਅਤੇ ਇਹਦੇ 'ਚ ਇਹ ਹੈ, ਕੋਈ ਇੱਕ ਪੰਕਤੀ ਪਕੜੀ ਜਾਏ ਅਤੇ ਉਸ ਪੰਕਤੀ ਦੇ ਅਕੋਰਡਿੰਗਲੀ ਆਪਾਂ ਪੂਰੇ ਗੁਰਮਤ ਸਕੂਲ ਆਫ ਥਾਟ ਦੀ ਇੱਕ ਅੰਡਰਸਟੈਂਡਿੰਗ ਬਣਾ ਲਈਏ। ਇਹ ਠੀਕ ਨਹੀਂ ਗਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਇਸੇ ਕਰਕੇ ਸਾਰਾ ਬਾਣੀ ਨੂੰ ਪੜ੍ਹਨਾ, ਸਮਝਣਾ, ਅਹਿਸਾਸਣਾ, ਇਹ ਤੇ ਇੱਕ ਐਕਸਰਸਾਈਜ਼ ਆ, ਲਗਾਤਾਰ ਬੰਦੇ ਨੇ ਕਰਨੀ ਹੈ, ਤਾਂ ਜਾ ਕੇ ਅੰਦਰਲੀ ਜ਼ਹਿਨੀਅਤ ਦਾ, ਜਿਹਨੂੰ ਤੁਸੀਂ ਕਹਿ ਲਓ, ਉਹ ਅਕਲ ਦਾ ਦੀਵਾ ਕਿਤੇ ਮਾਲਕ ਦੇ ਤਰਸ ਨਾਲ ਬਲਦਾ ਹੈ। ਗੁਰਮਤ ਦਾ ਸਕੂਲ ਬੰਦੇ ਨੂੰ ਸਮਝ ਆਉਂਦਾ, ਬੰਦਾ ਉਹਦੀ ਐਕਸਰਸਾਈਜ਼ ਕਰ ਸਕਦਾ ਹੈਗਾ। ਹੁਣ ਬਾਤ ਇਹ ਹੈ ਕਿ ਗੁਰੂ ਮਹਾਰਾਜ ਇਹ ਦੱਸਦੇ ਨੇ ਕਿ ਸਾਨੂੰ ਗਰੀਬੀ ਵਿੱਚ ਰਹਿਣਾ ਚਾਹੀਦਾ ਹੈ। ਜੇ ਸੁਪਰਫਿਸ਼ੀਅਲ ਵੇ ਨਾਲ ਦੇਖੋ ਤੇ ਸਾਡੇ ਕੋਲ ਚੌਂਪੜੀ ਹੋਏ ਰਹਿਣ ਵਾਸਤੇ ਗਰੀਬੀ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਿਟਰਲੀ ਤੌਰ 'ਤੇ ਜਿਹੜੀ ਬਹਿਰੂਨੀ ਗੁਰਬਤ ਗਰੀਬੀ ਹੈ, ਉਸ ਨੂੰ ਬੰਦਾ ਜੱਫਾ ਮਾਰ ਲਵੇ ਤੇ ਇਹ ਕਹੇ ਕਿ ਐਕਚੁਅਲ ਲੈਵਲ 'ਤੇ ਇਸ ਗਰੀਬੀ ਵਿੱਚ ਰਹਿਣ ਨਾਲ ਬੰਦਾ ਧਰਮੀ ਹੈ, ਬੰਦੇ ਦਾ ਧਰਮ ਪ੍ਰਗਟ ਹੋ ਰਿਹਾ। ਜਿਵੇਂ ਤਿਆਗੀ ਬਰਾਗੀ ਲੋਕ ਪੁਰਾਣੇ ਸਮੇਂ ਰਹਿੰਦੇ ਸੀਗੇ, ਸਭ ਤਿਆਗ ਵੱਟ ਕੇ ਉਹ ਆਪਣਾ ਜਿਹੜਾ ਜੰਗਲਾਂ ਬੇਲਿਆਂ ਨੂੰ ਚਲੇ ਜਾਂਦੇ ਸੀਗੇ। ਗੁਰਮਤ ਨੇ ਇਹ ਨਾ ਸਿਖਾਇਆ। ਗੁਰਮਤ ਦਾ ਆਸ਼ਾ ਇਹ ਹੈ, ਅਸੀਂ ਸੰਸਾਰ ਵਿੱਚ ਰਹਿਣਾ ਅਤੇ ਵਧੀਆ ਢੰਗ ਨਾਲ ਰਹਿਣਾ ਹੈ। ਅਤੇ ਗੁਰੂ ਬਾਬਾ ਜੀ ਆਪ ਵਧੀਆ ਤਰੀਕੇ ਨਾਲ ਰਹੇ, ਆਪ ਸਾਨੂੰ ਸਿਖਾਇਆ, 10 ਜੀਵਨ ਲਾਏ ਉਹਦੇ ਉੱਤੇ। ਬਾਬਾ ਨਾਨਕ ਜੀ ਦਾ ਅਸੀਂ ਆਪਣਾ ਜੀਵਨ ਪੜ੍ਹਦੇ ਹਾਂ। ਚਲੋ, ਪੈਦਾਇਸ਼ ਅਤੇ ਮਹਿਤੋ ਪਰਿਵਾਰ ਵਿੱਚ ਹੋਈ ਸੀਗੀ, ਜਿਹਨਾਂ ਨੂੰ ਅਸੀਂ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਹਾਂ। ਪਟਵਾਰੀ ਖਾਨਦਾਨ, ਪੜ੍ਹਿਆ ਲਿਖਿਆ ਪਰਿਵਾਰ, ਇੱਕ ਬੜੀ ਵੱਡੀ ਜ਼ਗੀਰ ਦੇ ਵਿੱਚ ਇੱਕ ਬੜੇ ਵੱਡੇ ਅਹੁਦੇ 'ਤੇ ਜ਼ਮੀਨ ਜਾਇਦਾਦ, ਘਰ ਮਕਾਨ, ਨੌਕਰ ਚਾਕਰ ਸਭ ਕੁਝ ਮੌਜੂਦ ਸੀ। ਸੋ ਇੱਕ ਤਰ੍ਹਾਂ ਦਾ ਕਿਹਾ ਜਾਏ ਕਿ ਉਹਨਾਂ ਦਾ ਜੀਵਨ ਉੱਥੋਂ ਪ੍ਰਾਰੰਭ ਹੁੰਦਾ ਹੈ। ਚਲੋ ਠੀਕ ਹੈ, ਅੱਗੇ ਜਿਵੇਂ ਜੀਵਨ ਤੁਰਿਆ, ਬਾਬਾ ਨਾਨਕ ਜੀ ਆਪਣੇ ਜੀਵਨ ਦੇ ਨਿਰਵਾਹ ਦੇ ਵਿੱਚ ਜਦੋਂ ਉਹਨਾਂ ਨੂੰ ਦੇਖਦੇ ਹਾਂ ਅਸੀਂ, ਉਹਨਾਂ ਦੀ ਪਹਿਲੀ ਅਹੁਦੇਦਾਰੀ ਉਹ ਕੀ ਹੈ? ਇੱਕ ਮੋਦੀ ਖਾਨੇ ਦੇ ਮੋਦੀਦਾਰ ਦੇ ਤੌਰ 'ਤੇ, ਮਤਲਬ ਇੱਕ ਬੜੇ ਵੱਡੇ ਮੋਦੀ ਨੇ, ਜਿਹਨੂੰ ਕਹਿ ਲਓ ਕਿ ਕਿਉਂਕਿ ਉਸ ਵਕਤ ਸੁਲਤਾਨਪੁਰ ਪੰਜਾਬ ਸਟੇਟ ਦੀ ਕੈਪੀਟਲ ਸੀ, ਅਤੇ ਉੱਥੋਂ ਦਾ ਦੌਲਤ ਖਾਨ ਨਵਾਬ, ਅਤੇ ਉਹਦੇ ਮੋਦੀਦਾਰ ਗੁਰੂ ਨਾਨਕ ਸਾਹਿਬ ਸੀਗੇ। ਅਤੇ ਅੱਜ ਦੀ ਜ਼ਬਾਨ ਵਿੱਚ ਕਹਿਣਾ ਹੋਏ ਤੇ ਟਰੈਜ਼ਰੀ ਸੈਕਟਰੀ ਕਹੋ ਉਹਨਾਂ ਨੂੰ, ਜਿਹੜਾ ਸਟੇਟ ਦਾ ਟਰੈਜ਼ਰੀ ਸੈਕਟਰੀ ਹੈ, ਜਾਂ ਟਰੈਜ਼ਰੀ ਦਾ ਇੱਕ ਬਹੁਤ ਵੱਡਾ ਅਹੁਦੇਦਾਰ, ਮਿਨਿਸਟਰ ਪੋਰਟਫੋਲੀਓ ਕਹਿ ਲਓ ਉਹਨਾਂ ਦਾ, ਕਿਉਂਕਿ ਨਵਾਬ ਦੇ ਨਾਲ ਉਹ ਹੈ ਨਾ, ਇਹ ਥੋੜ੍ਹਾ ਕਿ ਕੋਈ ਛੋਟੀ ਜਿਹੀ ਗੁਹਾਟੀ ਵਗੈਰਾ ਚੱਲ ਰਹੀ ਹੈਗੀ, ਇੱਕ ਪੂਰੇ ਦਾ ਪੂਰੀ ਸਟੇਟ ਦੀ ਰਨ ਕਰਨ ਵਾਲੀ। ਸੋ ਇੱਥੋਂ ਪਤਾ ਲੱਗਾ ਬਾਬਾ ਜੀ ਦਾ ਅਹੁਦਾ ਕੀ ਹੈਗਾ ਉਸ ਤਰੀਕੇ ਦੇ ਨਾਲ। ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਥੋੜ੍ਹਾ ਅਗਲੇ ਨੈਕਸਟ ਫੇਸ ਵਿੱਚ ਲੈ ਕੇ ਜਾਂਦੇ ਨੇ ਗੁਰਮਤ ਸਕੂਲ ਨੂੰ, ਅਤੇ ਬਾਬਾ ਜੀ ਫਿਰ ਕਰਤਾਰਪੁਰ ਨਗਰ ਵਸਾਉਂਦੇ ਨੇ। ਪੂਰੀ ਇੱਕ ਜ਼ਮੀਨ ਦਾ ਟੁਕੜਾ ਆ ਜਿਹੜਾ ਵਸੇਬੇ 'ਚ ਲਿਆਇਆ ਜਾਂਦਾ ਹੈਗਾ। ਉੱਥੇ ਮਹਾਰਾਜ ਹੋਰ ਲੋਕਾਂ ਨੂੰ ਇਨਵਾਈਟ ਕਰਦੇ ਨੇ, ਬੜੀ ਵੱਡੀ ਬਸਤੀ ਹੈ, ਘਰ ਮਕਾਨ ਬਣਦੇ, ਪੂਰੇ ਦਾ ਪੂਰਾ ਜਿਹੜਾ ਹੈਗਾ ਉੱਥੇ ਜ਼ਿਮੀਂਦਾਰੀ ਦਾ ਕੰਮ ਹੁੰਦਾ ਸਾਰਾ। ਸੋ ਉੱਥੋਂ ਜਾ ਕੇ ਪਤਾ ਲੱਗਾ ਕਿ ਜਿਹੜਾ ਗੁਰਬਤ ਦਾ ਕੌਨਸੈਪਟ ਆ, ਵੀ ਗਰੀਬੀ ਵਿੱਚ ਰਹਿਣਾ,
ਪਾਟੇ ਕੱਪੜੇ ਪਾਣੇ, ਚੰਗਾ ਮਕਾਨ ਨਾ ਹੋਏ ਰਹਿਣ ਵਾਸਤੇ, ਪੈਰੀ ਪਾਉਣ ਲਈ ਚੰਗੀ ਜੁੱਤੀ ਨਾ ਹੋਏ, ਰਹਿਣ ਸਹਿਣ, ਇਹ ਬਾਤ ਨਹੀਂ ਹੈ, ਇਹ ਮੈਟਾਫੋਰ ਹੈ। ਮੈਟਾਫੋਰ ਕਿਸ ਕਰਕੇ ਹੈ? ਜਿਹੜਾ ਸ਼ੋਅ ਆਫ, ਜਿਹਨੂੰ ਅਸੀਂ ਵਿਖਾਵੇ ਦਾ ਜੀਵਨ ਕਹਿੰਦੇ ਆ। ਸੈਕਿੰਡ, ਜੇ ਬੰਦੇ ਦੀ ਜਸਟ ਇੱਕ ਰੇਸ ਹੀ ਇਹ ਲੱਗੀ ਹੈ, ਲੈਟ ਮੀ ਐਕਚੁਅਲੀ ਐਡ ਵਨ ਮੋਰ ਥਿੰਗ ਓਵਰ ਹੇਅਰ, ਸਪੈਸ਼ਲੀ ਇਹਨਾਂ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਓ, ਵਧੀਆ ਤਰ੍ਹਾਂ ਪੜ੍ਹਾਓ, ਉਹਨਾਂ ਦੀ ਅਪਬ੍ਰਿੰਗਿੰਗ ਕਰੋ, ਬੜੇ ਲਗਜ਼ੀਰੀਅਸ ਵੇ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਇਨਵਾਇਰਮੈਂਟ ਪ੍ਰਾਪਤ ਕਰਵਾਓ, ਬਿਲਡ ਕਰੋ ਸਾਰੇ ਦਾ ਸਾਰਾ ਉਹਨਾਂ ਦੇ ਆਲੇ ਦੁਆਲੇ। ਬਟ ਉਹਨਾਂ ਨੂੰ ਨਾਲ ਦੀ ਨਾਲ ਇੱਕ ਚੀਜ਼ ਉਹਨਾਂ ਦੇ ਦਿਮਾਗ 'ਚ ਵਾਰ-ਵਾਰ ਪਾਈ ਜਾਓ, ਫੀਡ ਕਰੋ, ਬੱਚੇ ਪੜ੍ਹਨਾ ਆ, ਪੜ੍ਹ ਕੇ ਚੰਗਾ ਕੈਰੀਅਰ ਬਣੇਗਾ, ਅਰਨਿੰਗ ਹੈਂਡ ਸਟਰੋਂਗ ਹੋਏਗਾ, ਯੂ ਕੈਨ ਅਰਨ ਅ ਲੋਟ ਆਫ ਮਨੀ, ਅ ਲੋਟ ਆਫ ਐਕਚੁਅਲੀ power, a lot of different positions in the society, but at the same time that is not only actually ਜਿਹੜਾ ਸਾਡਾ ਜਿਹੜਾ ਗੋਲ ਆ, ਏਮ ਆ, ਇਕੱਲਾ ਨਹੀਂ ਹੈਗਾ। ਏਮ ਕੀ ਹੈ, ਗੋਲ ਕੀ ਹੈ? ਗੋਲ ਇਹ ਹੈ ਸੈਲਫ ਸੈਟਿਸਫੈਕਸ਼ਨ, ਨੰਬਰ 1। ਨੰਬਰ 2, ਆਲੇ ਦੁਆਲੇ ਦੇ ਵਿੱਚ ਕੁਝ ਕੰਟਰੀਬਿਊਟ ਕਰਨਾ ਆ। ਜਿਹੜਾ ਕੰਟਰੀਬਿਊਸ਼ਨ ਆ ਉਹ ਇਸ ਤਰੀਕੇ ਦਾ ਹੋਏ ਕਿ ਮੇਰਾ ਧਰਤੀ ਤੇ ਹੋਣਾ, ਰਹਿਣਾ, ਮੇਰਾ ਧਰਤੀ ਤੇ ਵਿਚਰਨਾ, ਕੰਮ ਕਰਨਾ ਮੀਨਿੰਗਫੁਲ ਹੋਵੇ, ਮੇਰੇ ਲਈ ਵੀ ਤੇ ਕਿਸੇ ਲਈ ਵੀ। ਅਦਰਵਾਈਜ਼ ਜਿਹੜਾ ਧਰਤੀ ਤੇ ਸਿਰਫ ਮੇਰਾ ਰਹਿਣਾ ਆ, ਜੇ ਪੈਸੇ ਇਕੱਠੇ ਕਰਨ ਵਾਸਤੇ ਹੈ, ਸਿਰਫ ਸੈਲਫ ਓਰੀਐਂਟਡ ਹੋ ਕੇ, ਸੈਲਫਿਸ਼ ਹੋ ਕੇ ਰਹਿਣ ਵਾਲਾ ਆ, ਇਹ ਲੰਬਾ ਸਮਾਂ ਸੁੱਖ ਨਾ ਦੇਗਾ ਮੈਨੂੰ, ਆਲੇ ਦੁਆਲੇ ਦੇ ਵਿੱਚ ਖੁਸ਼ੀ ਨਾ ਵੰਡੇਗਾ। ਇਹ ਚੀਜ਼ ਜਿਹੜੀ ਹੈ ਐਕਚੁਅਲੀ ਸਪਿਰਿਚੁਅਲਿਟੀ ਦੀਆਂ ਇਹ ਰੂਟਸ ਨੇ। ਬੰਦੇ ਨੂੰ ਪਹਿਲੇ ਲੈਵਲ ਤੇ ਇਸ ਚੀਜ਼ ਦੀ ਸਮਝ ਆਵੇ, ਮੈਂ ਧਰਤੀ ਤੇ ਕੰਮ ਕਰਨਾ ਤੇ ਕਿਉਂ ਕਰਨਾ ਆ, ਮੈਂ ਧਰਤੀ ਤੇ ਪੜ੍ਹਨਾ ਤੇ ਕਿਉਂ ਪੜ੍ਹਨਾ ਆ, ਮੈਂ ਜਾਇਦਾਦ, ਦੌਲਤ, ਪੈਸਾ, ਸਰਮਾਇਆ ਬਣਾਉਣਾ ਤੇ ਕਿਉਂ ਬਣਾਉਣਾ ਆ। ਇਹ ਕਲੀਅਰ ਹੋਏ। ਜਿੰਨੀ ਦੇਰ ਤੱਕ ਇਹ ਬੰਦੇ ਦੇ ਅੰਦਰ ਕਲੀਅਰ ਨਹੀਂਗਾ, ਉਨੀ ਦੇਰ ਤੱਕ ਹੋਏਗਾ ਕਿ ਜਾਂ ਤੇ ਬੰਦਾ ਇਹਨੂੰ ਇਕੱਠਾ ਕਰਨ ਵਾਲੇ ਪਾਸੇ ਭੱਜੇਗਾ, ਜਿਵੇਂ ਰਾਜੇ ਰਜਵਾੜੇ ਸਭ ਤੁਰਦੇ ਰਹੇ, ਜਾਂ ਬੰਦਾ ਕਹੇਗਾ ਇਹ ਸਭ ਮਾਇਆ ਆ, ਮੁਫਾਦ ਆ, ਇਹਨੂੰ ਤਿਆਗਣ ਵਾਲੇ ਪਾਸੇ ਭੱਜੇਗਾ। ਇਹ ਦੋ ਚੀਜ਼ਾਂ ਤੁਸੀਂ ਪੂਰੀ ਦੁਨੀਆ ਦੇ ਜਿਹੜਾ ਰਿਲੀਜੀਅਸ ਸਕੂਲਸ ਨੇ ਉਹਨਾਂ ਨੂੰ ਦੇਖੋ, ਇਸ ਸਾਰੇ ਡਾਇਲੇਮਾ ਦੇ ਵਿੱਚੋਂ ਬੈਠੇ ਨੇ। ਇੱਕ ਉਹ ਆ ਜਿਹੜਾ ਸਭ ਕੁਝ ਛੱਡ ਕੇ ਭੱਜ ਰਿਹਾ, that person is getting his own nirvana, and people are worshipping those kind of personalities and saying, yeah, they are our masters. Why? Because they renounce this world. Okay, if they are renouncing this world, then ਜਿਸ ਦੁਨੀਆ 'ਚ ਅੱਜ ਅਸੀਂ ਰਹਿ ਰਹੇ ਹਾਂ, ਜੇ ਸਾਰੇ ਲੋਕ ਰਿਨਾਊਂਸ ਕਰ ਜਾਂਦੇ, ਇਹ ਦੁਨੀਆ ਰਹਿਣ ਦੇ ਕਾਬਿਲ ਹੁੰਦੀ। ਅੱਜ ਆ ਇਲੈਕਟ੍ਰੀਸਿਟੀ ਜਗਦੀ ਹੁੰਦੀ ਇੱਥੇ, ਆ ਮਾਈਕ ਚੱਲਦਾ ਹੁੰਦਾ, ਆ ਕੈਮਰੇ ਚੱਲਦੇ ਹੁੰਦੇ, ਸਾਰੇ ਲੋਕ ਰਿਨਾਊਂਸ ਕਰ ਦਿੰਦੇ ਇੱਥੇ। ਇਹ ਦੁਨੀਆ ਤਾਂ ਇਹੋ ਜਿਹੀ ਬਣੀ ਕਿਉਂਕਿ ਇਸ ਦੁਨੀਆ ਦੇ ਵਿੱਚ ਕੁਝ ਲੋਕਾਂ ਨੇ ਆਪਣਾ 100% ਜਿਹੜਾ ਹੈਗਾ ਉਹ ਡੈਡੀਕੇਟ ਕਰ ਦਿੱਤਾ। ਇਹ ਇਨੋਵੇਸ਼ਨਸ ਹੋਈਆਂ, ਇਹ ਡਿਸਕਵਰੀਜ਼ ਹੋਈਆਂ, ਦੈਟਸ ਵਾਈ ਵੀ ਆਰ ਏਬਲ ਟੂ ਲਿਵ ਇਨ ਦਿਸ ਵਰਲਡ। ਸੈਕਿੰਡ ਥਿੰਗ, ਜਿਹੜੇ ਲੋਕ ਇਸ ਸਾਰੇ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਹੋਏ, ਉਹ ਬਹੁਤ ਖੁਸ਼ ਹੋਏ। ਹਾਰਡਵੁੱਡ ਦੀ ਇੱਕ ਬੜੀ ਲੌਂਗਟੀਟਿਊਡ ਸਟੱਡੀ ਹੈਗੀ ਹੈ, ਹਾਰਡਵੁੱਡ ਵਰਲਡ ਰਿਨਾਊਂਡ ਜਿਹੜਾ ਅਦਾਰਾ ਹੈਗਾ ਅਮਰੀਕਾ ਦਾ, ਜਿਹੜੇ ਲੋਕ ਉੱਥੋਂ ਪੜ੍ਹ ਕੇ ਗਏ ਉਹਨਾਂ ਦੇ ਬਾਰੇ ਉਹਨਾਂ ਨੇ ਬੜੇ ਲੰਮੇ ਜਿਹੜਾ ਹੈਗਾ ਸਮੇਂ ਦੇ ਵਿੱਚ ਜਿਹੜੇ ਲੋਕ ਸਟੱਡੀਜ਼ ਕਰਕੇ ਗਏ, ਉਹਨਾਂ 'ਚੋਂ ਕੁਝ ਪ੍ਰੈਜ਼ੀਡੈਂਟ ਬਣੇ, ਵੱਡਾ ਹਿੱਸਾ ਸੈਨੇਟ ਵਿੱਚ ਗਿਆ, ਕਾਂਗਰਸ ਜਿਹੜਾ ਹੈਗਾ ਪਰਸਨਸ ਬਣੇ, ਉਸ ਤੋਂ ਬਾਅਦ ਬਿਜ਼ਨਸ ਟਾਈਕੂਨਸ ਬਣੇ, ਵੱਡੇ ਵੱਡੇ ਸਾਇੰਟਿਸਟ ਬਣੇ, ਡਾਕਟਰ, ਲਾਇਰ, ਈਚ ਐਂਡ ਐਵਰੀ ਫੀਲਡ ਦੇ ਵਿੱਚ। ਇਹ ਹੀ ਨਹੀਂ ਇਕੱਲਾ, ਉਹ ਵੀ ਲੋਕ ਹੋਏ ਜਿਹਨਾਂ ਦਾ ਫੇਲੀਅਰ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ, ਐਡਿਕਸ਼ਨ 'ਚ ਚਲੇ ਗਏ, ਮੈਂਟਲ ਹੈਲਥ ਖਰਾਬ ਹੋ ਗਈ, ਸੁਸਾਈਡ ਕਰ ਗਏ, ਬਹੁਤ ਸਾਰੇ, ਮਤਲਬ ਸਾਰੇ ਤਰ੍ਹਾਂ ਦੇ ਵੈਰਾਈਟੀ ਆਫ ਪੀਪਲ ਐਕਚੁਅਲੀ ਕੇਮ ਫਰੋਮ ਦੈਟ ਇੰਸਟੀਟਿਊਸ਼ਨ। ਜਦੋਂ ਉਹਨਾਂ ਨੇ ਸਾਰੀ ਉਹ ਸਟੱਡੀ ਕੀਤੀ ਲੌਂਗਟੀਟਿਊਡ ਦੇ ਵਿੱਚ ਤੇ ਕਿਹਾ ਕਿ ਓਕੇ ਲੈਟਸ ਫਾਈਂਡ ਆਊਟ ਹੂ ਵਰ ਹੈਪੀ, ਕੌਣ ਖੁਸ਼ ਸੀਗੇ ਇੱਥੋਂ ਜਾਣ ਵਾਲੇ। ਫਿਰ ਪਤਾ ਲੱਗਾ ਜਿਹੜੀ ਖੁਸ਼ੀ ਹੈ ਉਹ ਸਿਰਫ ਕੈਰੀਅਰਸ ਦੇ ਨਾਲ ਨਹੀਂ ਜੁੜੀ, ਪ੍ਰੋਫਾਈਲਸ ਵੱਡੇ ਹੋਣ ਨਾਲ ਨਹੀਂ ਜੁੜੀ, ਸਿਰਫ ਅਰਨਿੰਗ ਹੈਂਡਸ ਮਜ਼ਬੂਤ ਹੋਣ ਨਾਲ ਨਹੀਂ ਬਣੀ, ਮੈਂਟਲ ਸਟੇਬਿਲਿਟੀ ਇਕੱਲੀ ਨਾਲ ਨਹੀਂ ਬਣੀ, ਕੇਵਲ ਕੁਝ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਨੇਮ ਐਂਡ ਫੇਮ ਗੇਨ ਕਰਨ ਦੇ ਨਾਲ ਨਹੀਂ ਬਣੀ। ਇੱਕ ਹਾਇਰ ਲੈਵਲ ਆ, ਉਹਦੇ 'ਚ ਸਭ ਤੋਂ ਜਿਹੜੀ ਮੇਨ ਚੀਜ਼ ਆਉਂਦੀ ਹੈ ਉਹ ਆਉਂਦੀ ਹੈ ਰਿਲੇਸ਼ਨਸ਼ਿਪ ਡੀਲਿੰਗ।
ਨਾਤੇਦਾਰੀ ਆਪਣੇ ਨਾਲ ਤੇ ਆਪਣੇ ਆਲੇ ਦੁਆਲੇ ਦੇ ਨਾਲ। ਬੰਦਾ ਇਸ ਸਾਰੇ ਨੂੰ ਸਮਝੇ। ਧਰਤੀ ਤੇ ਅਸੀਂ ਸਿਰਫ ਜੇ ਅਸੀਂ ਘਰ ਹੀ ਵੱਡੇ ਵੱਡੇ ਬਣਾ ਲਾਂਗੇ, ਮਕਾਨ ਬਣਾ ਲਾਂਗੇ, ਬੈਂਕ ਬੈਲੈਂਸ ਜ਼ਿਆਦਾ ਇਕੱਠਾ ਕਰ ਲਾਂਗੇ, ਸਭ ਇਹ ਇਕੱਲੀ ਕਮਾਈ ਨਹੀਂ। ਬੰਦਾ ਧਰਤੀ ਤੇ ਰਿਸ਼ਤੇ ਕਮਾਉਂਦਾ ਆ। ਬੰਦਾ ਧਰਤੀ ਤੇ ਉਹ ਸੋਚਾਂ, ਜੀਵਨ ਦੀ ਅਕਲ, ਲਤਾਫਤ, ਸਿਆਣਪ, ਸਕਿੱਲਸ ਐਂਡ ਜਿਹਨੂੰ ਅਸੀਂ ਹੁਨਰ ਕਹਿੰਦੇ ਆ, ਉਹ ਕਮਾਉਂਦਾ ਹੈ, ਜਿਹਦੇ ਨਾਲ ਆਪਣੇ ਆਪ ਨੂੰ ਸਾਂਭਣ ਦੀ ਜਾਚ ਆਉਂਦੀ ਹਰ ਸਿਚੁਏਸ਼ਨ ਦੇ ਵਿੱਚ, ਜਿਹਦੇ 'ਚ ਦੂਜਿਆਂ ਦਾ ਖਿਆਲ ਰੱਖਣ ਦੀ ਜਾਚ ਆਉਂਦੀ ਹੈ, ਜਿਹਦੇ 'ਚ ਕਿਸੇ ਨੂੰ ਬਾਂਹ ਫੜਾਉਣੀ ਆਉਂਦੀ ਹੈ। ਯੂ ਨੋ ਸਮਟਾਈਮ kids are struggling with some issues. They have some kind of anxiety, they have some kind of depression, stress, and people who are providing, actually caring to them, they were take caring of those individuals, they want to help them but they are not allowing. They say no 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 no, ਉਹ ਬੜਾ ਵਨਰੇਬਲ ਮਹਿਸੂਸ ਕਰਦੇ। ਇੱਥੇ ਕੀ ਹੈ, ਕੋਈ ਹੱਥ ਫੜਨਾ ਚਾਹੁੰਦਾ, ਉਹਨੂੰ ਹੱਥ ਫੜਾਉਣਾ ਨਹੀਂ ਆਉਂਦਾ। ਹੁਣ ਇਹ ਜਿਹੜੀਆਂ ਜਾਚਾਂ ਨੇ, ਇਹ ਜਾਚਾਂ ਇਹ ਬਹੁਤ ਵੱਡੇ ਵਿਸ਼ਵਾਸ ਵਿੱਚੋਂ ਆਉਂਦੀਆਂ ਨੇ। ਉਹ ਵਿਸ਼ਵਾਸ ਨਾ ਹੈ ਰੱਬ ਦਾ। ਆਪ ਗੁਰੂ ਕੇ ਹਜ਼ੂਰ ਬੈਠੇ ਵੀ ਹੋ, ਕੁਝ ਗੁਰੂ ਕੇ ਹਜ਼ੂਰ ਜੋ ਵਿਚਾਰ ਤੁਹਾਡੇ ਤੱਕ ਪਹੁੰਚ ਰਹੀ ਉਹਨੂੰ ਉਸ ਤਰੀਕੇ ਨਾਲ ਗ੍ਰੈਬ ਕਰ ਰਹੇ ਹੋ। ਆਪਾਂ ਅਰਦਾਸ ਕਰਦੇ ਹਾਂ ਹਰ ਰੋਜ਼, ਅਤੇ ਅਰਦਾਸ ਦੇ 'ਚ ਅਸੀਂ ਕੋਈ ਐਸੀ ਚੀਜ਼ ਨਹੀਂ ਛੱਡਦੇ ਜਿਹਦੀ ਸਾਨੂੰ ਲੋੜ ਨਹੀਂ ਹੈਗੀ। ਅਸੀਂ ਹਰ ਉਹ ਚੀਜ਼ ਮੰਗ ਲੈਂਦੇ ਹਾਂ ਜਿਹਦੀ ਸਾਨੂੰ ਲੋੜ ਹੈ, ਵਿਦਾਊਟ ਪੁਟਿੰਗ ਐਨੀ ਸਿੰਗਲ ਵਰਡ ਫਰੋਮ ਆਵਰ ਸੈਲਸ। ਅਰਦਾਸ ਦਾ ਇਹੋ ਜਿਹਾ ਇਤਨਾ ਕਮਾਲ ਦਾ ਡਾਕੂਮੈਂਟ ਬਣਾਇਆ ਹੈਗਾ ਸਾਡੇ ਬਜ਼ੁਰਗਾਂ ਨੇ। ਉਹਦੇ 'ਚ ਇਹ ਬਚਨ ਹੁੰਦਾ ਹੈ ਕਿ ਸਿੱਖਾਂ ਨੂੰ, ਜਿਹੜੇ ਸਿੱਖ ਨੇ, ਪੀਪਲ ਹੂ ਆਰ ਕਲੇਮਿੰਗ ਆਈ ਐਮ ਗੁਰੂਜ਼ ਬਲੀਵਰ, ਮੈਂ ਗੁਰੂ 'ਚ ਬਲੀਵ ਕਰਦਾ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਇਹ ਸਾਰੇ ਖੁਸ਼ੀ ਦੇ ਸੁੱਖ ਦੇ ਖਜ਼ਾਨੇ ਨੇ। ਇੱਕ ਇੱਕ ਟਰੈਜ਼ਰ ਹੈ ਪੂਰਾ ਦਾ ਪੂਰਾ। ਜਿਵੇਂ ਜਿਵੇਂ ਉਹਦੀ ਚਾਬੀ ਫੜ ਕੇ ਖੋਲੀ ਜਾਓਗੇ, ਬਸ ਕੁਛ ਨਹੀਂ, ਸੁੱਖ ਹੈ, ਸਕੂਨ ਹੈ, ਚੜ੍ਹਦੀ ਕਲਾ ਹੈ, ਸਭ ਚੀਜ਼ ਉਹਦੇ ਵਿੱਚ ਪਈ ਹੈ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਹੁਣ ਮੰਗਣਾ ਨਾਮ ਦਾਨ, ਪਰ ਨਾਮ ਦਾਨ ਤੋਂ ਪਹਿਲਾਂ ਦੋ ਦਾਨ ਹੋਰ ਚਾਹੀਦੇ ਨੇ, ਵਿਸਾ ਦਾਨ, ਭਰੋਸਾ ਦਾਨ। ਜੇ ਵਿਸਾ ਨਹੀਂ, ਜੇ ਭਰੋਸਾ ਨਹੀਂ, ਆਪਣੇ ਆਪ ਤੇ, ਆਪਣੇ ਕਰਤਾਰ ਤੇ, ਰੱਬ ਤੇ, ਕੁਛ ਵੀ ਨਾਮ ਦਾ ਦਾਨ ਕੰਮ ਨਹੀਂ ਕਰੇਗਾ। ਇਹ ਬੇਸਿਕ ਇੱਕ ਲਾਈਨ ਆ। ਬੰਦਾ ਆਪਣੇ ਆਪ ਨਾਲ ਇੱਕ ਰਿਲੇਸ਼ਨਸ਼ਿਪ ਬਿਲਡ ਕਰੇ, ਉਸ ਤੋਂ ਬਾਅਦ ਜਿਹੜਾ ਸੰਸਾਰ ਆ ਇਹਦੇ ਨਾਲ ਫਿਰ ਰਿਲੇਸ਼ਨਸ਼ਿਪ ਬਣਾਏ, ਕਰਤਾਰ ਦੇ ਭੈ ਦੇ ਵਿੱਚ, ਰੱਬ ਦੇ ਭੈ ਦੇ ਵਿੱਚ। ਗੱਲ ਲੰਮੀ ਨਾ ਚਲੀ ਜਾਏ, ਮੈਂ ਦੁਬਾਰਾ ਇਹਨੂੰ ਵਾਈਂਡ ਅਪ ਕਰਦਾ ਹਾਂ, ਉਸ ਲੈਵਲ 'ਤੇ ਲੈ ਕੇ ਆਵਾਂ ਜਿੱਥੋਂ ਇਹ ਬਚਨ ਸ਼ੁਰੂ ਹੋ ਰਿਹਾ ਹੈ। ਜਿਹੜਾ ਸਾਡੇ ਜੀਵਨ ਦਾ ਮਕਸਦ ਆ, I should say, if we pay attention toward the purpose of life, then we should be clear in our mind. ਸਾਡਾ ਪਰਪਸ ਸਿਰਫ ਉੱਚੇ ਉੱਚੇ ਮਕਾਨ ਖੜੇ ਕਰਨਾ ਨਹੀਂਗਾ, ਆਲੀਸ਼ਾਨ ਇਮਾਰਤਾਂ ਸਾਜਣਾ ਨਹੀਂਗਾ। ਸਾਡਾ ਪਰਪਸ ਸਿਰਫ ਅਤੇ ਸਿਰਫ ਆਲੇ ਦੁਆਲੇ ਇੱਕ ਬਹੁਤ ਵੱਡਾ ਧਨ ਦੌਲਤ ਦਾ ਕਲਟਰ ਇਕੱਠਾ ਕਰਨਾ ਨਹੀਂਗਾ। ਨੋ, ਸਾਡਾ ਪਰਪਸ ਇਹ ਹੈ, ਇੱਕ ਬੜੀ ਬੈਲੈਂਸਡ ਖੁਸ਼ਨੁਮਾ ਜੀਵਨ ਅਸੀਂ ਆਪ ਜੀਣਾ ਅਤੇ ਦੂਜਿਆਂ ਨੂੰ ਜੀਣ ਵਾਸਤੇ ਸਹਾਈ ਹੋਣਾ, ਮਦਦ ਕਰਨੀ ਹੈ। ਇਸ ਨੂੰ ਗੁਰੂ ਬਾਬਾ ਜੀ ਨੇ ਕਿਹਾ ਕਿ ਇਹ ਕਰਦਿਆਂ ਹੋਇਆਂ ਬਿਨਾਂ ਸ਼ੱਕ ਸਾਨੂੰ ਆਪਣੇ ਤੌਰ 'ਤੇ ਕੁਝ ਸੈਕਰੀਫਾਈਸਿਸ ਵੀ ਕਰਨੇ ਪੈਣ। ਸੈਕਰੀਫਾਈਸਿਸ ਮੀਨ ਸਾਨੂੰ ਲੱਗੇ, ਕਈ ਵਾਰ ਲੋਕ ਕਹਿ ਦਿੰਦੇ ਨੇ, ਕੁਝ ਸੱਜਣ ਮਿੱਤਰ, ਮੈਂ ਨਾ ਜੇ ਕਿਤੇ ਆਪਣੇ ਮੈਨੂੰ ਭੈਣ ਭਰਾਵਾਂ ਦੀ ਅਤੇ ਐਕਸਟੈਂਡਡ ਫੈਮਿਲੀ ਦੀ ਅਤੇ ਦੂਜੇ ਦੀ ਇਹਦੀ ਕੇਅਰ ਨਾ ਕਰਨੀ ਹੁੰਦੀ, ਮੇਰੇ ਕੋਲ ਤਾਂ ਅੱਜ ਨੂੰ ਦੌਲਤ ਦੇ ਅੰਬਾਰ ਲੱਗੇ ਹੋਣੇ ਸਨ। ਭਾਈ ਹੋ ਵੀ ਸਕਦਾ ਹੈ, ਪਰ ਹਕੀਕਤ ਇਹ ਹੈ, ਉਹ ਸਾਰੇ ਨੂੰ ਹੰਡਾਉਂਦਿਆਂ ਹੋਇਆਂ ਹੋ ਸਕਦਾ ਕਿੰਨਾ ਗਿਲਟ ਹੁੰਦਾ ਤੇਰੇ ਕੋਲ, ਕਿੰਨਾ ਪਛਤਾਵਾ ਹੁੰਦਾ, ਅਖੀਰ ਕਿੰਨੇ ਉਸ ਲੈਵਲ 'ਤੇ ਜਾ ਕੇ ਸੋਚਦਾ ਵੀ ਉਹ ਕਿੰਨੀਆਂ ਹੋ ਸਕਦਾ ਉਹਨਾਂ ਦੀਆਂ ਬਦ ਦੁਆਵਾਂ ਹੁੰਦੀਆਂ ਵੀ ਉਹ ਸਾਡਾ ਭਰਾ ਸੀ, ਸਾਡੀ ਭੈਣ ਸੀ, ਸਾਡਾ ਮਿੱਤਰ ਸੀ, ਸਾਡਾ ਦੋਸਤ ਸੀ,
ਉਹ ਸਾਡੀ ਤੇ ਬਾਂਹ ਨਹੀਂ ਫੜੀ, ਅਸੀਂ ਜਦੋਂ ਬੜੀ ਲੋੜ ਵਿੱਚ ਸੀ, ਜਦੋਂ ਬੜੇ ਅਸੀਂ ਕ੍ਰਾਈਸਿਸ ਵਿੱਚ ਸੀਗੇ, ਇਹ ਸਭ ਚੀਜ਼ਾਂ ਤੇਰੇ ਆਲੇ ਦੁਆਲੇ ਫੈਲੀਆਂ ਹੁੰਦੀਆਂ ਸ਼ਾਇਦ। ਇਸ ਲਈ ਜ਼ਰੂਰੀ ਇਹ ਸੀਗਾ ਤੂੰ ਆਪਣੇ ਜੀਵਨ ਦੇ ਅਸਲ ਪਰਪਸ ਨੂੰ ਜਿਹੜਾ ਹੈਗਾ ਉਹਨੂੰ ਅੰਡਰਸਟੈਂਡ ਕਰ, ਫੋਕਸ ਉਹਦੇ 'ਤੇ ਕਰ। ਜੇ ਉਹ ਕਰਦਿਆਂ ਹੋਇਆਂ ਹੋ ਸਕਦਾ ਤੈਨੂੰ ਕੁਝ ਚੀਜ਼ਾਂ ਉਸ ਲੈਵਲ 'ਤੇ ਹੰਡਾਉਣ ਵਾਸਤੇ, ਜੀਣ ਵਾਸਤੇ ਪਦਾਰਥਕ ਤੌਰ 'ਤੇ ਮਟੀਰੀਅਲਿਸਟਿਕ ਸਾਈਡ ਤੋਂ ਘੱਟ ਵੀ ਮਿਲਦੀਆਂ, ਤੇ ਬਾਬਾ ਜੀ ਕਹਿੰਦੇ ਸਕੂਨ ਸੀਗਾ, ਸਕੂਨ ਹੈ। ਇਹ ਤੇ ਬਚਨ ਆ ਰਿਹਾ, ਭਲੀ ਸੁਹਾਵੀ ਛਾਪਰੀ। ਇਹੋ ਜੀ ਛਪਰੀ ਵੀ ਸੁਹਾਵੀ ਹੈ, ਇਹੋ ਜੀ ਛੰਨ ਵੀ ਸੁਹਾਵੀ ਹੈ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ। ਗੁਣ ਗਾਏ ਰੱਬ ਦਾ ਸਿਮਰਨ, ਰੱਬ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ। ਬੰਦਾ ਸਵੇਰੇ ਅੱਖਾਂ ਖੋਲ੍ਹੇ ਤਾਂ ਅੱਖਾਂ ਖੋਲ੍ਹਦਿਆਂ ਨਾਲ ਅਹਿਸਾਸ ਆਵੇ, 2 ਪਲ ਬੈਠ ਕੇ ਵਾਹਿਗੁਰੂ ਨੂੰ ਯਾਦ ਕਰਾਂ। ਇਹ ਐਕਚੁਅਲੀ ਮੈਡੀਟੇਸ਼ਨ ਆ, ਇਹ ਬੰਦਗੀ ਹੈ। ਬੰਦਾ ਫੋਰਸ ਕਰੇ ਆਪਣੇ ਆਪ ਨੂੰ, ਦੈਟ ਇਜ਼ ਨੋਟ ਏ ਬੰਦਗੀ, ਦੈਟ ਇਜ਼ ਜਸਟ ਕਾਈਂਡ ਆਫ ਐਕਟ which one is doing with some kind of, you can say, due to some kind of force. That force can be external. I have to show other people that I'm doing it. Or that force can be superstitious. If I will not do this part, I might get some kind of curse. No, I cannot handle any curse, so let's do it. That's not actually meditation, or that's not a kind of spiritual activity. This is just a cheating. If we really want to enjoy spiritual kind of activities, then it should come in a flow. ये ਤਾਂ ਹੀ ਆਏਗਾ ਜੇ ਬੰਦੇ 'ਚ ਕੁਝ ਸੰਤੋਖ, ਸੈਟਿਸਫੈਕਸ਼ਨ, ਕੰਟੈਂਟਮੈਂਟ ਹੈ ਜੋ ਹੋ ਰਿਹਾ ਆਲੇ ਦੁਆਲੇ, ਭਲਾ ਹੈ, ਠੀਕ ਹੈ, ਵਧੀਆ ਹੈ। ਅੱਖਾਂ ਖੁੱਲੀਆਂ, ਅਹਿਸਾਸ ਆਇਆ, 2 ਪਲ ਬੈਠਦਾ, ਬਾਤ ਪਾਉਣਾ ਆਪਣੇ ਗੁਰੂ ਨਾਲ, ਰੱਬ ਨਾਲ। ਫਿਰ ਇਕੱਲਾ ਉਸ 2 ਪਲ ਨਹੀਂ ਗਾ, ਫਿਰ ਜੀਵਨ ਜਿਵੇਂ ਜਿਵੇਂ ਅੱਗੇ ਤੁਰ ਰਿਹਾ, ਪੈਰ ਪੈਰ 'ਤੇ ਘੜੀ ਪਲ, ਐਕਚੁਅਲੀ ਆ ਫਿਰ ਇਹੋ ਜਿਹਾ ਜਿਹਦੀ ਸਟੇਟ ਆਫ ਮਾਈਂਡ ਇਹ ਮਿਲ ਗਈ, ਜਿਹਨੂੰ people who have this kind of aura, then ਭਾਵੇਂ ਉਹ ਫਿਰ ਬੜੇ ਛੋਟੇ ਜਿਹੇ ਮਕਾਨ 'ਚ ਰਹਿੰਦੇ ਨੇ, ਇੱਕ 1 ਰੂਮ ਦੀ ਕੋਂਡੋ ਹੈਗੀ ਹੈ, ਇੱਕ ਛੋਟਾ ਜਿਹਾ ਘਰ ਆ, ਜਾਂ ਬਹੁਤ ਵੱਡਾ ਮਕਾਨ ਹੈ ਆਲੀਸ਼ਾਨ, ਇਟ ਡਜ਼ਨਟ ਮੈਟਰ ਐਟ ਆਲ। ਮੈਟਰ ਕੀ ਕਰ ਰਿਹਾ ਹੈ ਕਿ ਉਹਦੀ ਸਟੇਟ ਆਫ ਮਾਈਂਡ ਜਿਹੜੀ ਹੈ ਉਹ ਬੜੀ ਪਲੈਜ਼ਰਫੁਲ ਆ। ਇਹਨੂੰ ਸਾਹਿਬ ਨੇ ਕਿਹਾ ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ। ਬਿਲਕੁਲ ਇਹਦੇ ਆਪੋਜ਼ਿਟ, ਬੜਾ ਆਲੀਸ਼ਾਨ ਮਕਾਨ ਬਣਾ ਲਿਆ, ਬਹੁਤ ਹਰ ਚੀਜ਼ ਜਿਹੜੀ ਹੈ ਐਕਚੁਅਲੀ ਈਚ ਐਂਡ ਐਵਰੀਥਿੰਗ is reflecting some kind of luxury. But person who is living in that luxury, his or her state of mind is telling everything is fake. या अंदर एक अजीब हालत आ, एक ऐसी क्रेविंग आ जिहड़ी कई आ रही है, भी घट है, भी थोड़ा आ, गिल्ट आ, चिंता आ, फिक्र है, हर चीज आले दुआले तुरी फिरदी है। कादा वो धौल आ रहा, कादा वो ऐसा आलीशान मकान आ, कैस कादी वो मैंशन आ। यही बात की गुरु बाबा जी ने। मैं फिर बेनती करांगा, अपने टाइम नो इन्वेस्ट करो, अपनी एनर्जी नो डाइवर्ट करो, अपनी ਜਿਹੜੇ ਸੋਰਸਿਸ ਨੇ ਉਹਨਾਂ ਦਾ ਪੋਰਟਫੋਲੀਓ ਬਣਾਓ ਇਸ ਤਰੀਕੇ ਨਾਲ ਕਿ ਸਿਰਫ ਤੁਸੀਂ ਸਰਮਾਇਆ ਨਹੀਂ ਇਕੱਠਾ ਕਰ ਰਹੇ, ਤੁਸੀਂ ਕੋਈ ਜ਼ਿੰਦਗੀ ਦਾ ਉਮਦਾ ਸਕੂਨ ਵੀ ਇਕੱਠਾ ਕਰ ਰਹੇ ਹੋ। ਤੁਸੀਂ ਸਿਰਫ ਨਾਮ ਦੀ ਦੌਲਤ ਨਹੀਂ ਇਕੱਠੀ ਕਰ ਰਹੇ, ਨਾਮ ਦੀ ਦੌਲਤ ਮੀਨ ਜਸਟ ਐਕਚੁਅਲੀ ਟੂ ਸ਼ੋ ਆਫ ਅਦਰ ਪੀਪਲ, नो 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 नो, ਤੁਸੀਂ ਇੱਕ ਅੰਦਰਲੀ ਦੁਨੀਆ ਵੀ ਇਕੱਠੀ ਕਰ ਰਹੇ ਹੋ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਣਗੀਆਂ। ਇਸੇ ਲਈ ਬਾਣੀ ਨੇ ਕਿਹਾ ਰਿਨਾਊਂਸੀਏਸ਼ਨ ਜਿਹੜੀ ਹੈ ਨਾ, ਇਸ ਦੁਨੀਆ ਦੀ ਨਹੀਂ ਹੈ। ਇਹ ਰਿਨਾਊਂਸੀਏਸ਼ਨ ਹੈਗੀ ਏ ਉਸ ਰੇਸ ਦੀ, ਉਸ ਰੋਂਗ ਡੂਇੰਗ ਦੀ, ਜਿਹਦੇ ਤੋਂ ਬਾਅਦ ਬੰਦੇ ਦਾ ਟੋਟਲ ਜਿਹੜਾ ਲਾਈਫ ਟਰੈਕ ਹੈ ਉਹ ਹੀ ਡਿਸਟਰੈਕਟ ਹੋ ਜਾਏ।
ਕਿਸੇ ਹੋਰ ਪਾਸੇ ਹੋ ਜਾਏ, ਸਾਰੀ એનર્ਜੀ ਡਾਇਵਰਟ ਗਲਤ ਪਾਸੇ ਨੂੰ ਹੋ ਗਈ। ਉਮਰਾਂ ਲੱਗ ਗਈਆਂ, ਬੰਦੇ ਨੇ ਬੜਾ ਕੁਝ ਜੋੜਿਆ ਬਣਾਇਆ ਸਭ ਕੁਝ, ਤੇ ਫਿਰ ਕੀ ਸੋਚ, ਫਿਰ ਪਤਾ ਲੱਗਾ ਓਹੋ ਹੋਣੀ ਤੇ ਗੱਲ ਇਹ ਚਾਹੀਦੀ ਸੀ ਵੀ ਨਾ ਜੋ ਹੈ ਕਿ ਜਿਵੇਂ ਸੰਸਾਰ ਵਿੱਚ ਆਇਆ ਸੀਗਾ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਜਿਹੜੀ ਮਸ਼ੱਕਤ ਸੀ, ਮਿਹਨਤ ਸੀ, ਜਿਹੜਾ ਹਾਰਡ ਵਰਕ, ਜਿਹੜੀ ਲੇਬਰ ਕੀਤੀ, ਜਿਹੜੀ ਐਫਰਟ ਕੀਤੀ, ਉਹ ਥਾਂ ਪੈ ਗਈ। ਦੈਟ ਵਾਜ਼ ਮੀਨਿੰਗਫੁਲ। ਬਟ ਹੇਅਰ ਉਹ ਤੇ ਸਾਰੀ ਜਿਹੜੀ ਹੈਗੀ ਏ ਉਹ ਜਸਟ ਇਸ ਤਰੀਕੇ ਨਾਲ ਬੇਕਾਰ ਚਲੀ ਗਈ। ਦੈਟ ਇਜ਼ ਆਲ ਐਕਚੁਅਲੀ ਜਿਹਨੂੰ ਕਿਹਾ ਜਾਏ ਕਿ ਡਰੇਨ ਹੋ ਗਈ ਸਾਰੇ ਦੀ ਸਾਰੀ। ਕਿਉਂ? ਕਿਉਂਕਿ ਉਹਦੇ 'ਚੋਂ ਸੁੱਖ ਸਕੂਨ ਸ਼ਾਂਤੀ ਕੁਛ ਵੀ ਨਹੀਂ ਮਿਲਿਆ। ਇਸ ਕਰਕੇ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਕਿਤੇ ਹੀ ਕਾਮ ਨ ਤੌਲ ਹਰ, ਜਿਤ ਹਰ ਬਿਸਰਾਏ। ਜਿੱਥੇ ਬੈਠੇ ਹਰੀ ਵਿਸਰ ਜਾਏ, ਰੱਬ ਚੇਤੇ ਨਾ ਰਹੇ, ਅਕਾਲ ਪੁਰਖ ਵਾਹਿਗੁਰੂ ਦਾ ਭੈ ਨਾ ਰਹੇ, ਉਹਦਾ ਅਹਿਸਾਸ ਨਾ ਰਹੇ। ਇਸ ਨੂੰ ਫਿਰ ਲਿਟਰਰੀ ਤੌਰ 'ਤੇ ਵੀ ਲੈਣਾ, ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਸਮ ਟਾਈਮ ਵੀ ਡੂ ਜਸਟ ਰਿਚੁਅਲਸ। ਆਪਾਂ ਜਸਟ ਨਾ ਐਕਚੁਅਲੀ ਬੈਠ ਕੇ ਕੁਝ ਐਕਟ ਕਰ ਰਹੇ ਹਾਂ, ਐਕਟਿੰਗ ਕਰ ਰਹੇ ਹਾਂ, ਪ੍ਰਟੈਂਡ ਚੀਜ਼ਾਂ ਕਰ ਰਹੇ ਹਾਂ, ਮੈਂ ਪਾਠ ਕਰ ਰਿਹਾ, ਮੈਂ ਰੱਬ ਰੱਬ ਕਰ ਰਿਹਾ, ਮੈਂ ਇਸ ਤਰੀਕੇ ਨਾਲ। ਸ਼ੁਰੂਆਤ ਇੱਥੋਂ ਹੀ ਹੁੰਦੀ ਬਹੁਤੀ ਵਾਰੀ, ਬਟ ਇਹ ਲੌਂਗ ਰਨ ਦੇ ਵਿੱਚ ਜਿਹੜਾ ਹੈ ਇਹਦੇ ਨਾਲ ਇੱਕ ਰਿਲੇਸ਼ਨਸ਼ਿਪ ਬਣ ਜਾਏ, ਇਹਦੀ ਅੰਡਰਸਟੈਂਡਿੰਗ ਹੋ ਜਾਏ, ਇਹਦੇ 'ਚ ਤੁਸੀਂ ਵਾਕਿਆ 'ਚ ਉਸ ਫੀਲਿੰਗ ਨੂੰ ਲੈ ਆਓ ਜਿਹੜੀ ਫੀਲਿੰਗ ਹੋਣੀ ਚਾਹੀਦੀ ਹੈ ਵਿੱਚ, ਦੈਨ ਇਟਸ ਮੀਨਿੰਗਫੁਲ। ਜੇ ਬੰਦੇ ਨੂੰ ਹਰੀ ਈਵਨ ਪਾਠ ਕਰਦਿਆਂ ਵੀ ਰੱਬ ਚੇਤੇ ਨਹੀਂ ਗਾ, ਪਾਠ ਵੀ ਕਰ ਰਿਹਾ ਤਾਂ ਬੰਦਾ ਫਿਰ ਵੀ ਬੇਈਮਾਨੀ ਕਰ ਰਿਹਾ, ਆਪਣੇ ਥਾਟਸ ਦੇ ਵਿੱਚ ਹੀ ਅੰਦਰ ਚੱਲ ਰਿਹਾ, ਕਾਹਦਾ ਫਾਇਦਾ ਆ? ਸਭ ਕਹਿੰਦੇ ਹਰ ਬਿਸਰਾਏ, ਹਰੀ ਨਹੀਂ ਵਿਸਰਨਾ, ਉਹਨੂੰ ਨਹੀਂ ਵਿਸਾਰਨਾ, ਉਹਨੂੰ ਆਪਣੇ ਸੋਚ ਜ਼ਹਿਨ ਵਿੱਚ ਪਾਉਣਾ ਹੈ। ਰਹਾਓ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤੇ ਆਏ। ਉਹ ਗਰੀਬੀ ਵੀ ਆਨੰਦ ਦਿੰਦੀ ਹੈ ਜਿਸ 'ਚ ਪ੍ਰਭੂ ਚੇਤੇ ਆ ਜਾਏ। ਕਈ ਵਾਰ ਚੀਜ਼ਾਂ ਹੁੰਦੀਆਂ ਨੇ, ਬੰਦਾ ਬਹੁਤ ਜ਼ਿਆਦਾ ਮਤਲਬ ਵੈਲ ਆਫ ਹੈਗਾ, ਹਰ ਚੀਜ਼ ਅਵੇਲੇਬਲ ਹੈਗੀ ਹੈ, ਤਾਂ ਉਹਨੂੰ ਪਤਾ ਹੀ ਨਹੀਂ ਕਿ ਜ਼ਿੰਦਗੀ ਦਾ ਸੁੱਖ ਸਕੂਨ ਕੀ ਹੁੰਦਾ ਹੈ। ਜਿੱਥੇ ਕੋਈ ਥੋੜ੍ਹੀ ਬਹੁਤੀ ਗਰੀਬੀ ਗੁਰਬਤ ਵਿੱਚੋਂ ਬੰਦਾ ਲੰਘਦਾ, ਅਹਿਸਾਸ ਤਾਂ ਹੁੰਦਾ ਹੈ ਐਟਲੀਸਟ ਵੀ ਆਖਰਕਾਰ ਜੋ ਮਿਲਿਆ ਆ ਉਹਦਾ ਮੈਂ ਸ਼ੁਕਰਗੁਜ਼ਾਰ ਹੋਵਾਂ, ਉਹਦਾ ਧੰਨਵਾਦ ਕਰਾਂ, ਉਹ ਤਾਂ ਮੈਂ ਇਸ ਰੂਪ ਵਿੱਚ ਕਰਾਂ। ਮੈਂ ਤਾਂ ਵੈਸਟਰਨ ਵਰਲਡ 'ਚ ਦੇਖਿਆ ਹੈਗਾ, ਜਦੋਂ ਇੱਥੇ ਬੜੀ ਲਗਜ਼ਰੀਅਸ ਲਾਈਫ ਬੱਚੇ ਜੀਂਦੇ ਨੇ, ਅਤੇ ਕਈ ਵਾਰ ਮਾਪੇ ਉਹਨਾਂ ਨੂੰ ਇੰਟੈਂਸ਼ਨਲੀ ਹੋਮਲੈਸ ਜਿੱਥੇ ਲੋਕ ਰਹਿੰਦੇ ਨੇ ਸ਼ੈਲਟਰਸ ਵਿਜ਼ਿਟ ਕਰਾਉਂਦੇ ਨੇ। ਕਹਿੰਦੇ ਦੇਖੋ ਜਾ ਕੇ ਪਤਾ ਲੱਗੇਗਾ। ਜਿਹੜਾ ਬਾਣੀ ਦਾ ਬਚਨ ਹੈ ਨਾ ਕਿ 10 ਵਸਤੂ ਲੈ ਪਾਛੈ ਪਾਵੈ, ਇੱਕ ਬਸਤ ਕਾਰਨ ਬਿਖੋਟ ਗਵਾਵੈ। 10 ਮਿਲੀਆਂ ਨੇ ਨਹੀਂ ਦਿਸਦੀਆਂ, ਕੋਈ ਇੱਕ ਚੀਜ਼ ਜਿਹੜੀ ਹੈ ਉਹਦੇ ਕਰਕੇ ਬਿਖੁੱਟਰ ਬਣਿਆ ਆ। ਮਤਲਬ ਬੱਚੇ ਨੂੰ ਤੁਸੀਂ ਸਭ ਚੀਜ਼ਾਂ ਪ੍ਰੋਵਾਈਡ ਕੀਤੀਆਂ ਤੇ ਇੱਕ ਚੀਜ਼ ਨਹੀਂ ਪ੍ਰੋਵਾਈਡ ਕੀਤੀ, ਕੋਈ ਖਾਸ ਸਪੈਸ਼ਲ ਕੋਈ ਬ੍ਰਾਂਡ ਨੇਮ ਦੀ ਚੀਜ਼ ਉਹਨੇ ਮੰਗੀ ਸੀ, ਐਂਡ ਸਮਹਾਓ ਉਹ ਆਰਡਰ ਕੀਤੀ ਹੈ, ਮੇਲ ਵਿੱਚ 2 ਦਿਨ ਬਾਅਦ ਆਉਣੀ ਹੈ। ਬੱਚਾ ਤਾਂ ਕਹਿੰਦਾ ਵੀ ਨਾ ਨਾ ਕਾਹਦੀ ਜ਼ਿੰਦਗੀ ਹੈ, ਦੱਸ do I have to wait for 2 days? That's ridiculous. ਉਹ ਭਲੇ ਬੰਦੇ ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਸਾਰੀ ਰਾਤ ਕੰਬਲ ਨਹੀਂ ਨਸੀਬ ਹੁੰਦਾ ਠੰਡ 'ਚ, ਉਹਨਾਂ ਨੂੰ ਵੀ ਦੇਖ ਜਾ ਕੇ, ਜਿਨ੍ਹਾਂ ਨੂੰ ਤਨ ਤੇ ਕੱਪੜਾ ਪਾਉਣਾ ਨਸੀਬ ਨਹੀਂ ਹੁੰਦਾ। ਸੱਚ ਜਾ ਕੇ ਹੈ ਗੁਰਬਤ ਗਰੀਬੀ ਜਿਹੜੀ ਆਲਾ ਦੁਆਲੇ ਬਹੁਤ ਕੁਝ ਸਿਖਾ ਵੀ ਦਿੰਦੀ ਹੈ। ਅਤੇ ਯੂਰਪ ਵਿੱਚ ਦੇਖੇ ਕੁਝ ਕਪਲਸ, ਉਹ ਟਰੈਵਲ ਕਰਦੇ ਅਫਰੀਕਾ ਦੇ ਵਿੱਚ, ਉਹਨਾਂ ਮੁਬਾਲਿਕ ਦੇ ਵਿੱਚ ਜਿੱਥੇ ਗੁਰਬਤ ਦੀ ਇੰਤਹਾ ਆ, ਜਿਹੜਾ ਸਮਾਨ ਆ ਘਰ ਦੇ 'ਚ ਐਕਸਟਰਾ ਉਹ ਸਾਰਾ ਨਾਲ ਲੈ ਜਾਣਗਾ। ਉੱਥੇ ਲਿਜਾ ਕੇ ਕਹਿਣਾ ਲੋਕ ਆ ਗਏ ਮੰਗਣ ਵਾਸਤੇ, ਆਈ ਵਾਂਟ ਯੂਰ ਸ਼ੂ, ਆਈ ਵਾਂਟ ਯੂਰ ਪੈਂਟ, ਆਈ ਵਾਂਟ ਯੂਰ ਐਨੀਥਿੰਗ ਯੂ ਕੈਨ ਐਕਚੁਅਲੀ ਗਿਵ ਮੀ ਪਲੀਜ਼, ਆਮ ਸੀਕਰ ਫॉर एवरीथिंग। ਮੈਂ ਹਰ ਚੀਜ਼ ਲੱਭ ਰਿਹਾ, ਕੁਝ ਮਿਲ ਜਾਏ ਮੈਨੂੰ। ਤੇ ਬੱਚੇ ਦੇ ਸ਼ੂ ਨੇ, ਵੱਡਾ ਸਾਰਾ ਬੰਦਾ ਮੰਗ ਰਿਹਾ, ਉਹਨੂੰ ਦਿੱਤੇ ਰਿਹਾ। ਤੇ ਬੱਚਾ ਕਹਿ ਰਿਹਾ ਵੀ they're not gonna fit you, you know, they're very actually small, they're tiny compared to your feet, so it's okay, ਮੈਂ ਅਗਲਾ ਹਿੱਸਾ ਕੱਟ ਲਵਾਂਗਾ। ਮੈਂ ਐਕਚੁਅਲੀ ਜਿਹੜੇ ਮੇਰੇ ਫੀਟਸ ਨੇ ਦੇ ਗੋਨਾ ਹੈਂਗ ਐਕਚੁਅਲੀ out from these shoes, but I will wear them. Why do you want to wear them? Because they're not going to fit you. They're not going to fit you. ਉਹ ਕਹਿੰਦਾ who care? ਗੱਲ ਇਹ ਹੈ ਕਿ ਮੈਨੂੰ ਘੱਟ ਤੋਂ ਘੱਟ ਥੱਲੇ ਦਾ ਕੁਛ ਹਿੱਸਾ ਤੇ ਪੈਰਾਂ ਨੂੰ ਸਪੋਰਟ ਕਰਨ ਲਈ ਮਿਲੇਗਾ। ਗੁਰਬਤ ਬੰਦਾ ਅਹਿਸਾਸ ਕਰੇ ਇਹਨਾਂ ਚੀਜ਼ਾਂ ਨੂੰ। ਫਿਰ ਇਹ ਸਾਰੇ ਦਿੱਚੇ ਵੀ ਹੈ ਸਾਡੇ ਤੇ ਘਰ ਦੇ ਵਿੱਚ। ਅਸੀਂ ਵੈਸੇ ਡੋਨੇਟ ਕਰਨਾ ਕਹਿੰਦੇ ਹਾਂ, ਡੋਨੇਸ਼ਨ ਇਜ਼ ਨਾਟ ਅ ਗੁੱਡ ਵਰਡ ਐਟ ਆਲ। ਨੋ,
ਸਾਡੇ ਘਰ ਦੇ ਜਿਹੜਾ ਵਰਡ ਹੈ ਨਾ ਉਹ ਹੈਗਾ ਵੰਡ ਕੇ ਛਕਣਾ, ਸ਼ੇਅਰਿੰਗ। ਅੱਜ ਲੋਕੀ ਬਹੁਤ ਵੱਡੇ ਲੈਵਲ ਤੇ ਯੂਜ਼ ਕਰ ਰਹੇ ਨੇ। ਸੱਚਾਈ ਇਹ ਹੈ ਅਸੀਂ ਸਾਰੇ ਹੀ ਇੱਥੇ ਹਿੱਸੇਦਾਰ ਹਾਂ ਇੱਕ ਦੂਜੇ ਦੇ ਨਾਲ। ਜੇ ਮੇਰੇ ਕੋਲ ਹੈ ਮੈਂ ਕਿਸੇ ਨੂੰ ਦੇਵਾਂ, ਜੇ ਕਿਸੇ ਕੋਲ ਕੋ ਮੈਨੂੰ ਵੰਡੇ, ਸ਼ੇਅਰਿੰਗ ਆ ਰੂਪ ਆ। ਇੱਥੇ ਮਹਾਰਾਜ ਨੇ ਬਿਆਨ ਕੀਤਾ ਆਨੰਦ ਗਰੀਬੀ ਸਾਧ ਸੰਗ। ਜੇ ਚੰਗਿਆਂ ਦੀ ਸੰਗਤ ਮਿਲ ਗਈ, ਚੰਗਿਆਂ ਦੇ ਨਾਲ ਮਿਲਣਾ ਬਣ ਗਿਆ, ਸਮਝੋ ਫਿਰ ਗਰੀਬੀ ਦਾ ਮਤਲਬ ਇਹ ਹੈ ਕਿ ਜੇ ਬਹੁਤ ਜ਼ਿਆਦਾ ਉਸ ਕਿਸਮ ਦੀ ਲਗਜ਼ਰੀ ਜਾਂ ਵੈਲ ਆਫ ਲਾਈਫ ਵੀ ਨਹੀਂ ਹੈਗੀ ਨਾ, ਤਾਂ ਵੀ ਉਹਦਾ ਸ਼ਿਕਵਾ ਨਹੀਂ ਹੈਗਾ ਬਹੁਤ ਜ਼ਿਆਦਾ। ਜਿਤ ਪ੍ਰਭ ਚਿਤੇ ਆਏ, ਇੱਕ ਚੀਜ਼ ਹੈ ਰੱਬ ਚੇਤੇ ਹੈ ਦਿਮਾਗ ਦੇ ਵਿੱਚ। ਜਲ ਜਾਓ ਇਹ ਵਡਪਣਾ ਮਾਇਆ ਲਪਟਾਏ। ਇਹੋ ਜਿਹਾ ਵਡਪਣਾ ਸਾੜ ਦੇਣਾ ਚਾਹੀਦਾ ਜਿਹੜਾ ਮਾਇਆ 'ਚ ਲਪਟਾ ਲੇ ਬੰਦੇ ਨੂੰ। ਵਡਪਣਾ ਅਸੀਂ ਦੇਖਦੇ ਹਾਂ ਘਰਾਂ ਥਾਵਾਂ ਦੇ ਵਿੱਚ, ਜਾਂ ਪੰਜਾਬ ਦੀ ਖਾਸ ਕਰਕੇ ਮੈਂ ਤਰਬੀਅਤ 'ਚ ਗੱਲ ਕਰਾਂ ਤੇ ਸ਼ੋਅ ਆਫ। ਕੋਵਿਡ 'ਚੋਂ ਲੰਘ ਰਹੇ ਹਾਂ, ਸੈਕਿੰਡ ਫੇਜ਼ ਇੱਥੇ ਆਇਆ ਸਾਡੇ ਓਨਟਾਰੀਓ ਪ੍ਰੋਵਿੰਸ ਦੇ ਵਿੱਚ, ਇਨ ਕੈਨੇਡੀਅਨ ਐਕਚੁਅਲੀ ਐਨਵਾਇਰਮੈਂਟ ਦੇ ਵਿੱਚ ਰਹਿੰਦਿਆਂ ਹੋਇਆਂ। ਅਤੇ ਪਿਛਲੇ ਕੋਈ ਮਾਰਚ 16-17 ਤੋਂ ਲੈ ਲਓ ਹੁਣ ਤੱਕ, ਜੂਨ ਜਿਹੜੀ ਹੈਗੀ ਹੈ 12th ਅਸੀਂ ਕ੍ਰਾਸ ਕਰ ਰਹੇ ਹਾਂ, ਬਿਨਾਂ ਵੱਡੀਆਂ ਪਾਰਟੀਜ਼ ਤੋਂ, ਜੁਆਇੰਟ ਉਹ ਸਾਰੇ ਸ਼ੋਅ ਆਫ ਵਾਲੇ ਇਕੱਠਾਂ ਤੋਂ, ਵੱਡੇ ਉਹਨਾਂ ਸਭ ਕੰਮ ਚੱਲ ਗਿਆ ਨਾ। ਐਸਾ ਤਾਂ ਨਹੀਂ ਹੋਇਆ ਕਿ ਕੋਈ ਇਸ ਤਰੀਕੇ ਦੇ ਨਾਲ ਕੋਈ ਚੀਜ਼ ਜਿਹੜੀ ਆ ਰੁਕ ਗਈ ਹੋਏ। ਇਹਦਾ ਮਤਲਬ ਦੋਜ਼ ਥਿੰਗ ਵਰ ਨੋਟ ਅਸੈਂਸ਼ੀਅਲ ਵਰਕ ਦੀ ਕਹਿੰਦੇ ਅਸੈਂਸ਼ੀਅਲ ਵਰਕ ਚੱਲੇਗਾ। ਦੋਜ਼ ਵਰ ਨੋਨ ਅਸੈਂਸ਼ੀਅਲ ਥਿੰਗਸ। ਬੰਦੇ ਨੂੰ ਇਹ ਲੱਗਾ ਕਿ ਇਹੀ ਚੀਜ਼ਾਂ ਮਤਲਬ ਕਾਹਦੇ ਲਈ, ਸ਼ੋਅ ਆਫ ਕਿਉਂ ਵਿਖਾਵੇ, ਕਾਹਦੇ ਲਈ? ਜ਼ਿੰਦਗੀ ਜਿਹੜੀ ਏ ਇਹਨੂੰ ਸਰਲ ਕਰੋ, ਸਿੰਪਲ ਕਰੋ, ਇਹਨੂੰ ਸਾਦਗੀ ਵਿੱਚ ਕਨਵਰਟ ਕਰੋ। ਇਹ ਬਾਣੀ ਦਾ ਪਰਪਸ ਆ। ਜਿੰਨੀ ਇਹਦੇ 'ਚ ਸਾਦਗੀ ਘੱਟ ਹੋਏਗੀ, ਇਹਦੇ ਅੰਦਰ ਅਸੀਂ ਜ਼ਿਆਦਾ ਜਿਹੜਾ ਹੈਗਾ ਵਿਖਾਵੇਬਾਜ਼ੀ ਲੈ ਆਵਾਂਗੇ। ਇਹ ਤਿਲਿਸਮ ਜਿਹੜਾ ਆ, ਇਹ ਇਲੂਜ਼ਨ ਜਿਹੜਾ ਆ, ਇਹ ਸਾਨੂੰ ਸੁੱਖ ਨਾ ਦੇਗਾ। ਗੁਰੂ ਬਾਬਾ ਜੀ ਉਹਦੀ ਬਾਤ ਕਰਦੇ, ਜਲ ਜਾਓ ਇਹ ਵਡਪਣਾ, ਇਹ ਜਿਹੜਾ ਵੱਡਾ ਇਲੂਜ਼ਨ ਪਾ ਲੈਂਦੇ ਨਾ ਅਸੀਂ ਵੱਡੇ ਲੈਵਲ ਤੇ ਸ਼ੋਅ ਆਫ ਕਰਨ ਦਾ। ਮਹਾਰਾਜ ਕਹਿੰਦੇ ਸੜ ਜਾਣਾ ਚਾਹੀਦਾ ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ, ਸੁਖ ਮਨ ਸੰਤੋਖਾਏ। ਪੰਜਾਬੀ ਜ਼ਬਾਨ ਦੇ ਵਿੱਚ ਕੁਝ ਵਰਡ ਐਸੇ ਨੇ ਜਿਹੜੇ ਅਸੀਂ ਸ਼ਾਇਦ ਧਿਆਨ ਨਹੀਂ ਕਰਦੇ। ਉਹ ਫਲਾਣਾ ਪਰਿਵਾਰ, ਉਹ ਕੰਮੀਆਂ ਦਾ ਪਰਿਵਾਰ ਹੈ। ਉਹ ਤੇ ਕੰਮੀ ਕੌਣ ਹੁੰਦੇ ਨੇ? ਜਿਹੜੇ ਕੰਮ ਕਰਦੇ ਨੇ। ਪੀਪਲ ਹੂ ਵਰਕ, ਸਪੈਸ਼ਲੀ ਪੀਪਲ ਹੂ ਡੂ ਹਾਰਡ ਵਰਕ। ਇਹਨਾਂ ਮੁਲਕਾਂ 'ਚ ਆਏ ਆ ਕੰਮ ਕਰਨਾ, ਅਸੀਂ ਕਹਿੰਦੇ ਕੰਮ ਆ ਇੱਥੇ ਸਿੰਪਲ ਤੌਰ 'ਤੇ, ਕਿ ਉਹ ਸਿੰਪਲ ਟਰਾਂਸਲੇਸ਼ਨ ਹੈਗੀ ਹੈ। ਲੋਕ ਇੱਕ ਦਿਨ ਪੁੱਛਣ ਹਾਊਜ਼ ਯੂਰ ਵਰਕ, ਹਾਂ ਇਟਸ ਗੁੱਡ। ਕੰਮ ਕਿਵੇਂ ਚੱਲ ਰਿਹਾ? ਮਤਲਬ ਅਸੀਂ ਸਾਰੇ ਕੰਮੀ ਆ। ਤੇ ਗੁਰੂ ਬਾਬਾ ਜੀ ਨੇ ਕਿਹਾ ਸੀ ਕੰਮੀ ਬਣਿਆ ਜੇ। ਇੱਥੇ ਜਿਹੜੇ ਮਤਲਬ ਜਿਹੜਾ ਫਿਊਡਲ ਸਿਸਟਮ ਸੀ ਨਾ, ਜ਼ਗੀਰਦਾਰੀ ਸਿਸਟਮ, ਉਹ ਤੇ ਤੋੜਿਆ ਸੀ ਗੁਰੂ ਬਾਬਾ ਜੀ ਨੇ। ਉਹ ਤੇ ਮੁੜ ਕੇ ਕੀ ਹੋਇਆ, ਵਾਪਸੀ ਕਲੋਨੀਅਲ ਪੀਰੀਅਡ ਦੇ ਵਿੱਚ ਦੁਬਾਰਾ ਅੰਗਰੇਜ਼ਾਂ ਨੇ ਕੀਤੀ। ਅੰਗਰੇਜ਼ਾਂ ਨੇ ਜਦੋਂ ਕੀਤੀ ਵਾਪਸੀ, ਤੇ ਅੰਗਰੇਜ਼ਾਂ ਵੱਲ ਵੇਖ ਕੇ ਸਾਰੇ ਹੀ ਉਸ ਕਲੋਨੀਅਲ ਸਿਸਟਮ ਦੇ 'ਚ ਆਪਣੇ ਆਪ ਨੂੰ ਵੱਡੇ ਮੁਗਲ ਤੇ ਵੱਡੇ ਜਿਹੜੇ ਨੇ ਜ਼ਗੀਰਦਾਰ ਬਣਾਉਣ ਦੇ ਚੱਕਰੇ ਤੁਰ ਪਏ। ਹਾਲਾਂਕਿ ਬਚਨ ਇੱਥੇ ਇਹ ਹੈ, ਪੀਸਨ ਪੀਸ ਓਡ ਕਾਮਰੀ, ਚੱਕੀਆਂ ਪੀਵਾਂ ਹੱਥਾਂ ਦੇ ਨਾਲ, ਕੰਬਲੀ ਲੈ ਲਾ ਉੱਤੇ, ਬਹੁਤੇ ਮਹਿੰਗੇ ਕੱਪੜੇ ਨਹੀਂ, ਕੰਬਲੀ ਲੈ ਲਈ ਮੈਂ ਉਸ ਤਰੀਕੇ ਦੇ ਨਾਲ। ਸੁਖ ਮਨ ਸੰਤੋਖਾਏ, ਤੇ ਸੁਖ ਜਿਹੜਾ ਹੈ ਮਨ ਦੇ ਸੰਤੋਖ ਦਾ ਆ। ਈਵਨ ਕਈ ਵਾਰ ਬੰਦਾ ਵੀ ਮਾਫੀ ਮੰਗਾਂਗਾ, ਦੂਜੇ ਪਾਸੇ ਜੇ ਮੈਂ ਬਿਆਨ ਕਰਾਂ ਕਿ ਬੰਦੇ ਨੇ ਵੈਸੇ ਬੜੀ ਕੰਬਲੀ ਲਈ ਹੈ, ਬੜਾ ਕੁਝ ਲਿਆ, ਪਰ ਅੰਦਰ ਅੱਗ ਬਲ ਰਹੀ ਹੈ ਵੀ ਆਹ ਮਿਲ ਜੇ, ਆਹ ਮਿਲ ਜੇ, ਉਹ ਵੀ ਨਹੀਂ, ਸੰਤੋਖ ਆ ਜੇ, ਕੰਟੈਂਟਮੈਂਟ, ਸੈਟਿਸਫੈਕਸ਼ਨ ਜਿਹੜੀ ਹੈ ਉਹਦੀ ਬਾਤ ਹੋ ਰਹੀ ਹੈ। ਐਸੋ ਰਾਜ ਨਾ ਕਿਤੇ ਕਾਜ ਜਿਤਨਾ ਤ੍ਰਿਪਤਾ। ਇਹੋ ਜਿਹਾ ਰਾਜ ਵੀ ਕਿਸ ਕਾਰਜ ਹੈ ਜਿਹਦੇ ਤ੍ਰਿਪਤੀ ਕੋਈ ਨਹੀਂ, ਸੰਤੋਖ ਹੀ ਕੋਈ ਨਹੀਂ, ਜਿਹ ਬਲਕਿ ਤੜਪਣਾ ਵੱਧ ਰਹੀ ਹੈ। ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ। ਜਿਹੜਾ ਬੰਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰੰਗ 'ਚ ਰੰਗਿਆ, ਭਾਵੇਂ ਨੰਗਾ ਤੁਰਿਆ ਫਿਰਦਾ ਹੈਗਾ। ਨੰਗਾ ਤੁਰੇ ਫਿਰਨ ਦਾ ਮਤਲਬ ਇਹ ਨਹੀਂ ਕਿ ਕੱਪੜੇ ਦਾ ਤਿਆਗ ਹੋ ਗਿਆ, ਭਾਵੇਂ ਕਿ ਬਹੁਤ ਜ਼ਿਆਦਾ ਕੁਝ ਪਾਣ ਹੰਡਾਣ ਨੂੰ ਨਹੀਂ ਹੈਗਾ। ਪਰ ਮਹਾਰਾਜ ਕਹਿੰਦੇ ਪਾਟ ਪਟੰਬਰ ਬਿਰਥਿਆ ਜਿਹ ਰਚ ਲੋ ਭਾਏ। ਇਹੋ ਜਿਹੇ ਪਾਟ ਪਟੰਬਰ, ਰੇਸ਼ਮੀ ਪੱਟ ਪਾਉਣਾ ਵੀ ਜਿਹੜਾ ਹੈਗਾ ਉਹ ਕਿਸ ਭਾਵ ਦਾ ਹੈ? ਬਿਰਥਾ ਹੈ ਜੇ ਹਰ ਲੋਭਾਏ, ਜਿਹ ਰਚ ਲੋਭਾਏ, ਜਿਹਦੇ ਵਿੱਚ ਬੰਦਾ ਲੋਭ ਗਿਆ, ਭਾਵ ਲਾਲਚ ਵਕਾਰਿਆਂ 'ਚ ਜੀਵਨ ਚਲਾ ਗਿਆ। ਅਕਾਲ ਪੁਰਖ ਵਾਹਿਗੁਰੂ ਵਿਸਰ ਗਿਆ। ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। ਬਾਕੀ ਇਹ ਹੈ ਸਿੱਖ ਫਿਰ ਜਜਮੈਂਟਲ ਨਹੀਂ ਹੈਗਾ, ਨਾ ਸਿੱਖੀ ਨੇ ਸਾਨੂੰ ਜੱਜ ਕਰਨਾ ਸਿਖਾਇਆ। ਸਿੱਖੀ ਕਹਿੰਦੀ ਹੈ ਆਪਣੇ ਤੇ ਕੰਮ ਦੇ, ਆਪਣੇ ਤੇ ਧਿਆਨ ਦੇ। ਇਹ ਹੈ ਕਿ ਬੰਦਾ ਫਿਰ ਦੁਬਾਰਾ ਸਭ ਕੁਝ ਵੇਖ ਸਮਝ ਕੇ ਅਰਦਾਸ ਕਰਦਾ, ਮਾਲਕਾ ਆਖਰਕਾਰ ਡੋਰ ਤੇ ਤੇਰੇ ਹੱਥ ਹੀ ਹੈ ਨਾ, ਜਿੱਥੇ ਤੂੰ ਰੱਖਣ ਆਇਆ।
ਜੇ ਬੰਦੇ ਨੂੰ ਸੋਚ ਇਹੋ ਜਿਹੀ ਦੇ ਦੇਂ, ਸਭ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਮਾਣ ਹੁੰਦੇ ਹੋਏ ਨਿਮਾਣਾ, ਉਸ ਬਿਰਤੀ 'ਚ ਆ ਜਾਏ, ਮਹਾਂ ਸੁਖ ਹੈ। ਤਾਣ ਹੁੰਦਾ ਹੋਏ ਨਿਤਾਣਾ, ਸਭ ਤਰ੍ਹਾਂ ਦੀ ਜ਼ੋਰ ਤਾਕਤ ਆ, ਪਰ ਨਿਤਾਣਾ ਬਿਲਕੁਲ ਜਿਹੜਾ ਉਸ ਤਰੀਕੇ ਦੇ ਨਾਲ ਅੰਦਰ ਹੰਕਾਰ ਦਾ ਲੇਸ਼ ਨਹੀਂ ਹੈਗਾ, ਇਹ ਸੁਖ ਆ। ਬਾਬਾ ਜੀ ਨੇ ਬਿਆਨ ਕੀਤਾ ਇਹਦੇ 'ਚ ਕਿ ਸਭ ਕੁਝ ਤੁਮਰੇ ਹਾਥ ਪ੍ਰਭ, ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ। ਇਸ ਨਾਨਕ ਨੂੰ ਇੱਕ ਦਾਨ ਤੇ ਦੇ ਦਾਤਾ, ਸਾਸ ਸਾਸ ਸਿਮਰਤ ਰਹਾ, ਇੱਕ ਇੱਕ ਸਾਹ ਤੇਰੀ ਸਿਮਰਤੀ ਵਿੱਚ ਰਹਾ, ਤੇਰੀ ਯਾਦ ਵਿੱਚ ਰਹਾ, ਤੇਰੇ ਅਹਿਸਾਸ ਵਿੱਚ ਰਹਾ। ਸਾਹਿਬ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਅਸੀਂ ਪ੍ਰੇਰਨਾ ਲੈ ਸਕੀਏ, ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਨਾਲ ਹੀ ਬੇਨਤੀ ਇਹ ਹੈਗਾ ਕਿ ਜਿਵੇਂ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਕੋਵਿਡ-19 ਦੇ ਵਿੱਚ ਸਾਨੂੰ ਹੁਣ ਸੈਕਿੰਡ ਫੇਜ਼ ਮਿਲਿਆ ਹੈਗਾ, ਜਿਹਦੇ 'ਚ ਜਿਹੜੀ ਸਾਡੇ ਬਿਲਡਿੰਗ ਹੈ, ਖਾਸ ਕਰਕੇ ਸਾਡੇ ਜਿਹੜੇ ਪ੍ਰੈਮਿਸਿਸ ਹੈਗੇ ਨੇ, ਇਮਾਰਤ ਵਗੈਰਾ ਹੈ, ਇਹਦਾ 30% ਜਿਹੜੀ ਕੈਪੈਸਿਟੀ ਹੈ ਉਹਨਾਂ ਅਸੀਂ ਇਕੱਠ ਕਰ ਸਕਦੇ ਹੈਗੇ ਹਾਂ। ਸੋਸ਼ਲ ਡਿਸਟੈਂਸਿੰਗ ਇਜ਼ ਮਸਟ, ਉਹਦਾ ਧਿਆਨ ਰੱਖਣਾ ਹੈ ਪੂਰੀ ਤਰ੍ਹਾਂ। ਸੋ ਦੇ ਅਕੋਰਡਿੰਗਲੀ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਪਰਫੋਰਮ ਕਰੇਗੀ। ਇਹ ਵੀ ਦਾਤੇ ਦਾ ਤਰਸ ਹੈ। ਸਾਡੇ ਗੁਰਦੁਆਰਾ ਸਾਹਿਬ ਦੀ ਇਮਾਰਤ ਬੜੀ ਵੱਡੀ ਹੈ, ਆਲਮੋਸਟ ਸਾਰੇ ਗੁਰਦੁਆਰਾ ਸਾਹਿਬ ਸਾਡੇ GTA ਦੇ ਵਿੱਚ ਦੇ ਹੈਵ ਐਨਫ ਸਪੇਸ। ਸੋ ਇਹ 30% ਵੀ ਉਹਦਾ ਲਿਆ ਜਾਏ ਤਾਂ ਵੱਡੀ ਕੰਗਰੀਗੇਸ਼ਨ ਜਿਹੜੀ ਹੈ ਉਹ ਆ ਕੇ ਪਾਰਟੀਸਪੇਟ ਕਰ ਸਕਦੀ। ਸੋ ਉਸ ਤਰੀਕੇ ਨਾਲ ਤੁਹਾਨੂੰ ਜਿਹੜਾ ਹੈਗਾ ਜੀ ਆਇਆਂ ਨੂੰ ਉਸ ਚੀਜ਼ ਨੂੰ ਮਾਣੋ। ਇਸ ਦੇ ਅਕੋਰਡਿੰਗਲੀ ਬਾਕੀ ਵੀ ਉਹਨਾਂ ਨੇ ਚੀਜ਼ਾਂ ਨੂੰ ਓਪਨ ਕੀਤਾ ਹੈਗਾ, ਪਰ ਉਹਦੇ ਨਾਲ ਦੀ ਨਾਲ ਇਹ ਹੈ ਕਿ ਜਿਹੜੇ ਮੈਜਰਮੈਂਟਸ ਲੈਣੇ ਨੇ ਅਸੀਂ, ਜੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖ ਸਕਦੇ ਉੱਥੇ ਜਿਹੜਾ ਹੈਗਾ ਫੇਸ ਮਾਸਕ ਲਗਾ ਕੇ ਰੱਖਣਾ ਹੈਗਾ, ਹਾਈਜੀਨ ਦਾ ਖਿਆਲ ਰੱਖਣਾ ਹੈਗਾ। ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਸਪਰੈਡ ਆ ਖਾਸ ਕਰਕੇ ਵਾਇਰਸ ਦਾ, ਉਹਨੂੰ ਅਸੀਂ ਰੋਕ ਕੇ ਰੱਖਣਾ ਹੈ। ਇਹਦੇ ਬਾਰੇ ਆਪ ਅਵੇਅਰ ਰਹੋ। ਮਾਲਕ ਦੇ ਚਰਨਾਂ 'ਚ ਅਰਦਾਸ ਹੈ। ਬੌਡੀ ਹੋ ਰਹੀ ਹੈ ਦੁਬਾਰਾ, ਜਿਹੜਾ ਹੈਗਾ ਇੱਕ ਅਸੀਂ ਉਹ ਸਾਰੇ ਮਨੁੱਖੀ ਚਹਿਲ ਪਹਿਲ ਨੂੰ ਵੇਖਣ ਤੇ ਮੰਨਣ ਲੱਗੇ ਹਾਂ। ਮਾਲਕ ਨੂੰ ਬਰਕਰਾਰ ਰੱਖੇ, ਅਰੋਗ ਰੱਖੇ, ਸਮੁੱਚੀ ਦੁਨੀਆ ਦੇ ਵਿੱਚ ਅਰੋਗਤਾ ਫੈਲੇ ਤੇ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਵਸੇ, ਅਸੀਂ ਉਹਦੀ ਯਾਦ 'ਚ ਜੁੜੇ ਰਹੀਏ। ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਦੇ ਹੋਏ ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।